ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਵਾਜੀ ਪਰਮ ਪ੍ਰੀਤਵਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਪਾਤਤ ਪਾਵਨ ਭਗਤ ਵਾਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਸਾਈਂ ਜੀ ਨੇ ਆਪਣੇ ਚਰਨਾਂ ਦੇ ਵਿੱਚ ਸਾਨੂੰ ਜੁੜ ਬੈਠਣ ਦਾ ਸੁਭਾਗ ਬਖਸ਼ਿਆ ਹੈ। ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਨਗਰ ਤਲਣ ਵਿਖੇ ਗੁਰਬਾਣੀ ਦਾ ਕੀਰਤਨ ਹੋਇਆ। ਉਪਰੰਤ ਰਹਿਰਾਸ ਸਾਹਿਬ ਜੀ ਦਾ ਪਾਠ ਆਪਾਂ ਗ੍ਰੰਥੀ ਸਿੰਘਾਂ ਦੇ ਪਾਸੋਂ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਦੇ ਪਵਿੱਤਰ ਸਥਾਨਾਂ ਦੇ ਉੱਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਜੋ ਲੜੀਵਾਰ ਕਥਾ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੋਹਣਾ ਸੁੰਦਰ ਜੀਵਨ ਵਰਤਾਂਤ ਆਰੰਭ ਹੋਇਆ ਹੈ। ਆਪਾਂ ਨਿਤਾ ਪ੍ਰਤੀ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ। ਬੀਤੇ ਕੱਲ੍ਹ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪਾਂ ਸਰਵਣ ਕੀਤਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਫਰੰਦੇ ਦੇ ਪਾਸੋਂ ਰਬਾਬ ਲੈਣ ਦੇ ਲਈ ਪੇਰੂ ਸ਼ਹਿਰ ਵਿਖੇ ਭੇਜਿਆ। 3 ਦਿਨ ਭਾਈ ਮਰਦਾਨਾ ਜੀ ਨੂੰ ਪਹੁੰਚਣ ਵਿੱਚ ਲੱਗੇ। 3 ਦਿਨ ਉੱਥੇ ਲੱਭਦੇ ਰਹੇ। ਉਹਨਾਂ ਨੂੰ ਕਿਸੇ ਪਾਸੋਂ ਫਰੰਦੇ ਰਬਾਬੀ ਦਾ ਪਤਾ ਨਾ ਲੱਗਾ। ਆਖਰ ਤੀਜੇ ਦਿਨ ਥੱਕ ਹਾਰ ਕੇ ਵਾਪਸ ਮੁੜਨ ਲੱਗੇ ਸਨ। ਦਰਖਤਾਂ ਦੀ ਛਾਵੇਂ ਬੈਠਿਆਂ ਨੂੰ ਭਾਈ ਫਰੰਦਾ ਖੁਦ ਆ ਕੇ ਮਿਲਿਆ। ਆ ਕੇ ਪੁੱਛਿਆ, ਤੂੰ ਕੌਣ ਹੈ, ਕਿੱਥੋਂ ਆਇਆ, ਕਿਸ ਕਾਰਜ ਵਾਸਤੇ ਆਇਆ? ਸਾਰੀ ਵਾਰਤਾ ਦੱਸੀ। ਮੈਨੂੰ ਵੇਦੀ ਕੁਲ ਦੇ ਦੀਪਕ ਸਤਿਗੁਰੂ ਨਾਨਕ ਦੇਵ ਜੀ ਨੇ ਰਬਾਬ ਲੈਣ ਹਿੱਤ ਫਰੰਦੇ ਨਾਮ ਦੇ ਰਬਾਬੀ ਕੋਲ ਭੇਜਿਆ, ਪਰ ਮੈਨੂੰ ਮਿਲਿਆ ਨਹੀਂ। ਫਰੰਦਾ ਕਹਿਣ ਲੱਗਾ ਕਿ ਮੇਰੇ ਕੋਲ ਹੀ ਰਬਾਬ ਹੈ, ਮੈਂ ਹੀ ਫਰੰਦਾ ਰਬਾਬੀ ਹਾਂ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਮੇਰੇ ਤੋਂ ਹੀ ਸੇਵਾ ਲੈਣੀ ਹੈ। ਉਸੇ ਵੇਲੇ ਲਿਆ ਕੇ ਰਬਾਬ ਦੇ ਦਿੱਤੀ। ਭਾਈ ਮਰਦਾਨਾ ਜੀ ਪੁੱਛਦੇ ਹਨ, ਇਹਦਾ ਮੁੱਲ ਕੀ ਹੈ, ਕੀਮਤ ਕੀ ਹੈ? ਤੋ ਫਰੰਦਾ ਰਬਾਬੀ ਕਹਿਣ ਲੱਗਾ ਕਿ ਮਰਦਾਨਾ ਜੀ ਇਹਦਾ ਮੁੱਲ ਕੋਈ ਨਹੀਂ ਹੈ। ਇਹ ਰਬਾਬ ਜਿਹੜੀ ਆ ਇਸ ਲੋਕ ਦੀ ਨਹੀਂ ਹੈ। ਮੈਂ ਵੀ ਇਸ ਦੇਸ਼ ਦਾ ਵਾਸੀ, ਇਸ ਲੋਕ ਦਾ ਵਾਸੀ ਨਹੀਂ ਹਾਂ। ਬਾਕੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਯਾਦ ਕਰਦੇ ਆ, ਆਪਾਂ ਚੱਲੀਏ ਉੱਥੇ ਜਾ ਕੇ ਗੱਲਬਾਤ ਕਰਾਂਗੇ। ਦੋਵੇਂ ਚੱਲਦੇ ਚੱਲਦੇ ਫਿਰ 3 ਦਿਨਾਂ ਦੇ ਵਿੱਚ ਕੁੱਲ 9 ਦਿਨ ਭਾਈ ਮਰਦਾਨਾ ਜੀ ਨੂੰ ਫਰੰਦੇ ਤੋਂ ਰਬਾਬ ਲਿਆਉਣ ਲੱਗੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਰੱਖੀ। ਸਤਿਗੁਰੂ ਜੀ ਸਮਾਧੀ ਇਸਤਤ ਸਨ। ਜਿਸ ਵੇਲੇ ਰਬਾਬ ਰੱਖੀ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਸਤਿਗੁਰੂ ਜੀ ਸਮਾਧੀ ਉਥਾਨ ਹੋਏ। ਸਤਿਗੁਰੂ ਜੀ ਨੇ ਆਸ਼ੀਰਵਾਦ ਦਿੱਤਾ। ਫਰੰਦੇ ਰਬਾਬੀ ਨੇ ਮਹਾਰਾਜ ਦੇ ਚਰਨਾਂ ਵਿੱਚ ਰਬਾਬ ਰੱਖ ਕੇ ਆਖਿਆ, ਮਹਾਰਾਜ ਆਹ ਭੇਟਾ ਮੈਂ ਦੇਣ ਵਾਸਤੇ ਆਇਆ ਸੀ, ਬਾਕੀ ਮੈਂ ਕੌਣ ਹਾਂ, ਕਿੱਥੋਂ ਆਇਆ, ਇਹਦੇ ਬਾਰੇ ਆਪ ਜੀ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ। ਮੱਥਾ ਟੇਕ ਕੇ ਵਾਪਸ ਚੱਲਣ ਲੱਗਿਆ। ਭਾਈ ਮਰਦਾਨਾ ਜੀ ਸਤਿਕਾਰ ਵਜੋਂ ਵਿਦਾਇਗੀ ਦੇਣ ਦੇ ਲਈ ਨਾਲ ਤੁਰੇ ਹੈ, ਪਰ ਭਾਈ ਸਾਹਿਬ ਦੇ ਨਾਲ ਤੁਰੇ ਜਾਂਦਿਆਂ ਹੀ ਫਰੰਦਾ ਰਬਾਬੀ ਅਲੋਪ ਹੋ ਗਿਆ। ਬੜੇ ਹੈਰਾਨ ਹੋਏ। ਗੁਰੂ ਮਹਾਰਾਜ ਤੋਂ ਆ ਕੇ ਪੁੱਛਦੇ ਹੈ, ਜੀ ਇਹ ਰਬਾਬੀ ਕੌਣ ਸੀ? ਇਹਦਾ ਸੁਭਾਅ ਵੀ ਦੁਨੀਆ ਦੇ ਲੋਕਾਂ ਨਾਲ ਨਹੀਂ ਮਿਲਦਾ, ਬੜਾ ਮਿੱਠਾ ਬੋਲੜਾ ਸੀ ਇਹਦਾ ਪਹਿਰਾਵਾ ਵੀ ਨਹੀਂ ਮਿਲਦਾ, ਅਤੇ ਮਹਾਰਾਜ ਰਬਾਬ ਵੀ ਬਿਨਾਂ ਪੈਸਿਆਂ ਤੋਂ ਦੇ ਗਿਆ, ਭੇਟਾ ਹੀ ਕਰ ਗਿਆ ਆਪ ਜੀ ਨੂੰ। ਕੌਣ ਸੀ ਇਹ? ਤੋ ਸਤਿਗੁਰੂ ਪਾਤਸ਼ਾਹ ਨੇ ਦੱਸਿਆ। ਕਹਿਣ ਲੱਗੇ, ਮਰਦਾਨਾ ਜੀ ਇਹ ਗੰਧਰਵ ਸੀ ਦੇਵਲੋਕ ਦਾ। ਰੱਬ ਦੀ ਭਗਤੀ ਕੀਰਤਨ ਕਰਨਾ ਇਹਦੇ ਮਨ ਨੂੰ ਬੜਾ ਭਾਉਂਦਾ ਹੈ। ਇਹਦੀ ਬੜੀ ਚਿਰੋਕਣੀ ਇੱਛਾ ਸੀ ਕਿ ਆਹ ਰਬਾਬ ਸਾਨੂੰ ਭੇਟਾ ਵਜੋਂ ਦੇਣੀ ਹੈ, ਅਤੇ ਉਹ ਅੱਜ ਇਹ ਦੇ ਕੇ ਚਲਿਆ ਗਿਆ। ਇੱਥੋਂ ਤੱਕ ਆਪਾਂ ਕੱਲ੍ਹ ਇਹ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਰਬਾਬ ਦਾ ਰਾਗ ਛੇੜੋ, ਵਜਾਓ। ਭਾਈ ਮਰਦਾਨਾ ਜੀ ਜਿਸ ਵੇਲੇ ਰਬਾਬ ਦੀਆਂ ਤਰਬਾਂ ਨੂੰ ਸੁਰ ਕਰਨ ਲੱਗੇ, ਤਾਰਾਂ ਨੂੰ ਛੇੜਨ ਲੱਗੇ, ਸਤਿਗੁਰੂ ਕਹਿੰਦੇ ਛੇੜਨਾ ਨਹੀਂ, ਅਕਾਲ ਪੁਰਖ ਵਾਹਿਗੁਰੂ ਆਪੇ ਸੁਰ ਕਰ ਦੇਵੇਗਾ। ਜਿਸ ਵੇਲੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਬੜੇ ਸੁਰ ਤਾਲ ਦੇ ਵਿੱਚ ਵੱਜੀ, ਆਵਾਜ਼ ਆਈ, ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਸੱਚਾ ਨਿਰੰਕਾਰ।
ਇਉਂ ਬੜੇ ਵਿਸਮਾਦ ਦੇ ਵਿੱਚ ਹੋ ਕੇ ਜੰਗਲ ਦੇ ਪਸ਼ੂ ਪੰਛੀ ਵੀ ਆ ਕੇ ਰੁਕ ਗਏ। ਦਰਖਤਾਂ ਦੇ ਵਿੱਚ ਅੰਮ੍ਰਿਤ ਰਸ ਚੋਣ ਲੱਗਾ। ਸਤਿਗੁਰੂ ਸਾਹਿਬ ਜੀ ਕੀਰਤਨ ਸੁਣਦਿਆਂ ਸੁਣਦਿਆਂ ਫਿਰ ਸਮਾਧੀ ਸਥਿਤ ਹੋ ਗਏ। ਜਿਵੇਂ ਅੱਗੇ ਇਤਿਹਾਸ ਆ ਰਿਹਾ, ਬੜੇ ਪਿਆਰ ਨਾਲ ਸੁਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰ ਪਾਦ ਚਰਨ। ਕਵੀ ਭਾਈ ਸੰਤੋਖ ਸਿੰਘ ਜੀ ਅਧਿਆਏ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਦੀ ਮਹਿਮਾ ਕਰਦੇ ਹੋਏ ਮੰਗਲਾਚਰਨ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਰਹੇ ਹਨ ਕਿ ਸ਼ੋਭਾ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਉਹ ਪਾਰਸ ਦੀ ਤਰ੍ਹਾਂ ਹਨ। ਪਾਰਸ ਸਾਧ ਸੰਗਤ ਜੀ ਇੱਕ ਵਿਸ਼ੇਸ਼ ਤਰ੍ਹਾਂ ਦਾ ਪੱਥਰ ਹੁੰਦਾ ਹੈ, ਪੱਥਰ ਦੀ ਵੱਟੀ ਹੁੰਦੀ ਹੈ ਜਿਹੜੀ ਲੋਹੇ ਤਾਂਬੇ ਇਤਿਆਦਿਕ ਧਾਤੂਆਂ ਦੇ ਸਮੇਤ 7 ਧਾਤੂਆਂ ਨੂੰ ਸੋਨੇ ਵਿੱਚ ਤਬਦੀਲ ਕਰ ਦਿੰਦੀ ਹੈ। ਤਾਂਬਾ, ਲੋਹਾ ਇਤਿਆਦਿਕ ਜਿਹੜੀਆਂ 7 ਧਾਤੂਆਂ ਉਹਨਾਂ ਨੂੰ ਸੋਨਾ ਬਣਾ ਦਿੰਦੀ ਹੈ ਜੇ ਸੁਹਾ ਦੇਈਏ। ਇਸੇ ਪ੍ਰਕਾਰ ਕਵੀ ਜੀ ਕਹਿੰਦੇ ਸਤਿਗੁਰੂ ਜੀ ਦੇ ਚਰਨ ਉਹ ਪਾਰਸ ਦੀ ਤਰ੍ਹਾਂ ਹਨ। ਪਰ ਭਾਈ ਪਾਰਸ ਦਾ ਅਤੇ ਸਤਿਗੁਰੂ ਜੀ ਦੇ ਚਰਨਾਂ ਦਾ ਫਰਕ ਹੈ, ਕਿਉਂਕਿ ਪਾਰਸ ਧਾਤੂਆਂ ਨੂੰ ਸਿਰਫ ਸੋਨਾ ਬਣਾ ਸਕਦਾ ਹੈ, ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਇਹ क्षमता ਉਹਦੇ ਵਿੱਚ ਨਹੀਂ ਹੈ। ਪਰ ਸਤਿਗੁਰੂ ਦੇ ਵਿੱਚ ਤਾਂ ਐਸੀ ਸਮਰੱਥਾ ਹੈ। ਸਤਿਗੁਰੂ ਜੀ ਐਸੇ ਸ਼ਕਤੀਵਾਨ ਹਨ ਕਿ ਜਿਸ ਤਰ੍ਹਾਂ ਦੇ ਸਤਿਗੁਰੂ ਜੀ ਆਪ ਸੰਤ ਸਿਪਾਹੀ ਹੈ, ਉਸੇ ਪ੍ਰਕਾਰ ਆਪਣੇ ਸਿੱਖ ਨੂੰ ਬਣਾ ਸਕਦੇ ਹੈ। ਬਣਾਇਆ ਨਾ ਸਤਿਗੁਰੂ ਨੇ, 10ਵੇਂ ਪਾਤਸ਼ਾਹ ਜੀ ਨੇ ਆਪਣੇ ਵਰਗਾ ਸਰੂਪ ਬਖਸ਼ਿਸ਼ ਕਰਕੇ ਬਿਲਕੁਲ ਹੂਬਹੂ ਆਪਣਾ ਤੇਜ ਪ੍ਰਤਾਪ ਖਾਲਸੇ ਵਿੱਚ ਵਰਤਾ ਕੇ ਹੁਕਮ ਕਰ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂੰ ਨਿਵਾਸ। ਰਹਿਤ ਬਹਿਤ ਜੈ ਪੰਚੋ ਮਿਲੈ, ਮਮ ਸਰੂਪ ਤੇ ਜਾਨੋ ਭਲੈ। ਜਿੱਥੇ ਰਹਿਤ ਵਿੱਚ ਤਿਆਰ ਬਰ ਤਿਆਰ ਗੁਰੂ ਕੇ ਸਿੰਘ ਖਾਲਸੇ ਮਿਲਣ, ਸਤਿਗੁਰੂ ਦੇ ਬਚਨ ਹਨ, ਉਹਨਾਂ ਨੂੰ ਭਾਈ ਖਾਲਸਾ ਜੀ ਮੇਰਾ ਹੀ ਸਰੂਪ ਕਰਕੇ ਜਾਣਨਾ ਤੁਸੀਂ। ਇਹ ਉਹ ਸਤਿਗੁਰੂ ਵਿੱਚ ਸਮਰੱਥਾ ਹੈ। ਪਾਰਸ ਦੇ ਨਾਲੋਂ ਅਧਿਕਤਾ ਹੈ ਕਿ ਪਾਰਸ ਸਿਰਫ ਧਾਤੂਆਂ ਨੂੰ ਸੋਨਾ ਬਣਾ ਸਕਦਾ ਹੈ, ਪਰ ਸਤਿਗੁਰੂ ਦੇ ਚਰਨ ਜਿਨ੍ਹਾਂ ਨੇ ਵੀ ਉਹਨਾਂ ਨੂੰ ਪਰਸ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਵਰਗਾ ਬਣਾ ਸਕਦੇ ਆ। ਆਪਣੇ ਵਰਗੇ ਸੰਤ ਸਿਪਾਹੀ ਵਾਲੇ ਗੁਣ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਸਕਦੇ ਆ। ਵਿਦਵਾਨ ਮਹਾਂਪੁਰਖਾਂ ਦੇ ਬਚਨ ਹਨ, ਪਾਰਸ ਮਹਿ ਅਰ ਸੰਤ ਮਹਿ ਬੜੋ ਅੰਤਰ ਜਾਨ, ਵਹਿ ਲੋਹਿਓ ਕੰਚਨ ਕਰੈ ਵਹਿ ਕਰੈ ਆਪ ਸਮਾਨ। ਪਾਰਸ ਦੇ ਵਿੱਚ ਅਤੇ ਸੰਤ ਵਿੱਚ, ਰੱਬ ਦੇ ਪਿਆਰੇ ਸਤਿਗੁਰੂ ਸਾਹਿਬ ਦੇ ਵਿੱਚ ਇਹ ਵੱਡਾ ਫਰਕ ਹੈ ਕਿ ਪਾਰਸ ਲੋਹੇ ਨੂੰ ਸਿਰਫ ਸੋਨਾ ਕਰ ਸਕਦਾ ਹੈ, ਪਰ ਗੁਰੂ ਸਿੱਖ ਨੂੰ ਆਪਣੇ ਵਰਗਾ ਕਰ ਸਕਦਾ। ਗੁਰੂ ਦਾ ਸੰਤ ਕਿਸੇ ਜਗਿਆਸੂ ਨੂੰ ਆਪਣੇ ਵਰਗਾ ਸੰਤ ਬਣਾ ਸਕਦਾ ਹੈ। ਇਹ ਵੱਡਾ ਫਰਕ ਹੈ। ਸੋ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਆ ਕਿ ਸ੍ਰੀ ਸਤਿਗੁਰ ਪਾਰਸ ਚਰਨ, ਸਤਿਗੁਰੂ ਜੀ ਦੇ ਚਰਨ ਇਹ ਪਾਰਸ ਦੀ ਨਿਆਈ ਹਨ। ਜਿਵੇਂ ਪਾਰਸ ਸਾਧ ਸੰਗਤ ਜੀ ਤਾਂਬੇ ਨੂੰ ਛੂਹ ਜਾਵੇ, ਲੋਹੇ ਨੂੰ ਛੂਹ ਜਾਵੇ ਅਤੇ ਸਾਧ ਸੰਗਤ ਜੀ ਉਹਨੂੰ ਸੋਨਾ ਬਣਾ ਦਿੰਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਆ, ਜਦੋਂ ਗੁਰੂ ਕਾ ਸਿੱਖ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਲਾ ਲੈਂਦਾ ਨਾ, ਅਤੇ ਸਤਿਗੁਰੂ ਸਾਹਿਬ ਜੀ ਗੁਰੂ ਕੇ ਸਿੱਖ ਦੇ ਮਨ ਨੂੰ ਵੀ 12 ਬੰਨੀ ਦਾ ਸੋਨਾ ਬਣਾ ਦਿੰਦੇ ਆ। ਜਿਵੇਂ ਸੁਨਿਆਰ ਵੀਰ ਸੋਨੇ ਨੂੰ ਸ਼ੁੱਧ ਕਰਨ ਵਾਸਤੇ 12 ਬੰਨੀ ਦਾ ਬਣਾਉਣ ਵਾਸਤੇ ਉਹਨੂੰ ਕੁਠਾਲੀ ਦੇ ਵਿੱਚ ਬਹੁਤ ਤੇਜ਼ ਅਗਨ ਦੇ ਉੱਤੇ ਗਰਮ ਕਰਦੇ ਆ, ਬੜਾ ਤਾ ਉਹਨੂੰ ਦਿੰਦੇ ਆ। ਬਹੁਤੇ ਤਾ ਸਹਿ ਸਹਿ ਕੇ ਫਿਰ ਕਿਤੇ ਜਾ ਕੇ ਸਾਧ ਸੰਗਤ ਜੀ ਉਹ ਜਿਹੜਾ ਸੋਨਾ ਹੈ ਉਹ 12 ਬੰਨੀ ਦਾ ਸ਼ੁੱਧ ਸੋਨਾ ਬਣਦਾ। ਔਰ ਜਿਸ ਵੇਲੇ ਕੁਠਾਲੀ ਦੇ ਵਿੱਚ ਪਾਇਆ ਜਾਂਦਾ ਸੋਨੇ ਨੂੰ, ਉਹਨੂੰ ਅਗਨ ਦਿੱਤੀ ਜਾਂਦੀ ਹੈ, ਸੇਕ ਦਿੱਤਾ ਜਾਂਦਾ ਹੈ, ਅਤੇ ਸਾਧ ਸੰਗਤ ਜੀ ਉਸ ਵੇਲੇ ਉਹ ਭੱਜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ, ਟਿਕਦਾ ਨਹੀਂ ਇੱਕ ਜਗ੍ਹਾ 'ਤੇ, ਕਿਉਂਕਿ ਮੈਲ ਦੇ ਸਹਿਤ ਹੁੰਦਾ। ਜਦੋਂ ਅਗਨੀ ਸਹਿ ਸਹਿ ਕੇ, ਤਪਸ਼ਾਂ ਸਹਿ ਸਹਿ ਕੇ ਉਹ ਸ਼ੁੱਧ ਹੋ ਜਾਂਦਾ, ਫਿਰ ਟਿਕ ਜਾਂਦਾ। ਸੁਹਾਗਾ ਆਦਿਕ ਉਹਦੇ ਉੱਤੇ ਲਾਉਂਦੇ ਆ, ਪਾਊਡਰ ਉਹਦੇ ਉੱਤੇ ਪਾਉਂਦੇ ਆ ਉਹਨੂੰ ਸ਼ੁੱਧ ਕਰਨ ਵਾਸਤੇ, ਸਾਫ਼ ਕਰਨ ਵਾਸਤੇ। ਇਸ ਪ੍ਰਕਾਰ ਫਿਰ ਉਹਨੂੰ ਟਿਕਾ ਆ ਜਾਂਦਾ, ਟਿਕ ਜਾਂਦਾ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦਾ ਮਨ ਹੈ, ਜਿੰਨੀ ਦੇਰ ਤੱਕ ਮੈਲ ਨਾਲ ਭਰਿਆ ਹੋਇਆ, ਪਾਪਾਂ ਦੀ ਮੈਲ ਹੈ, ਓਨੀ ਦੇਰ ਤੱਕ ਦੌੜਦਾ ਭੱਜਦਾ ਹੈ। ਅਤੇ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਤਾ ਲਾ ਲਾ ਕੇ ਇਹਨੂੰ 12 ਬੰਨੀ ਦਾ ਸੋਨੇ ਵਰਗਾ ਸ਼ੁੱਧ ਕਰ ਦਿੰਦੇ ਹੈ,
ਉਸ ਵੇਲੇ ਗੁਰੂ ਕੇ ਸਿੱਖ ਦਾ ਮਨ ਫਿਰ ਗੁਰੂ ਚਰਨਾਂ ਵਿੱਚ ਬਿਲਕੁਲ ਅਡੋਲ ਸਥਿਤ ਹੋ ਕੇ ਟਿਕ ਜਾਂਦਾ। ਸਤਿਗੁਰੂ ਦੀ ਬਾਣੀ ਦੇ ਵਚਨ ਹਨ, ਜਿਉ ਕਨਕੋ ਕੋਠਾਰੀ ਚੜ੍ਹਿਓ ਕਬਰੋ ਹੋਤ ਫਿਰੋ। ਜਦੋਂ ਸਾਧ ਸੰਗਤ ਜੀ ਕੋਠਾਲੀ ਦੇ ਵਿੱਚ ਪਾਇਆ ਜਾਂਦਾ ਤੇ ਫਿਰ ਕਮਲਿਆਂ ਵਾਂਗੂ ਭੱਜਿਆ ਫਿਰਦਾ ਸੀ। ਜਬ ਤੇ ਸੁਧ ਭਏ ਹੈ ਬਾਰ ਹੈ ਤਬ ਤੇ ਥਾਨ ਨਾ ਥਿਰੋ, ਤਬ ਤੇ ਥਾਨ ਥਿਰੋ। ਉਸ ਵੇਲੇ ਫਿਰ ਸਥਿਰ ਹੋ ਜਾਂਦਾ, ਸਥਿਤੀ ਪਾ ਲੈਂਦਾ, ਟਿਕਾ ਪਾ ਲੈਂਦਾ ਜਦੋਂ ਸ਼ੁੱਧ ਹੋ ਜਾਂਦਾ। ਇਸੇ ਪ੍ਰਕਾਰ 5 ਗਿਆਨ ਇੰਦਰੇ, 5 ਕਰਮ ਇੰਦਰੇ ਅਤੇ 2 ਮਨ ਅਤੇ ਬੁੱਧੀ, ਇਹ 12 ਦੇ 12 ਜਦੋਂ ਗੁਰੂ ਕਿਰਪਾ ਕਰਕੇ ਇਹਨਾਂ ਨੂੰ ਸ਼ੁੱਧ ਕਰਦਾ ਹੈ, ਕਿਰਪਾ ਦ੍ਰਿਸ਼ਟੀ ਰੂਪੀ ਅਗਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ 12 ਬੰਨੀ ਦੇ ਸੋਨੇ ਵਾਂਗੂ ਇਹਨਾਂ ਨੂੰ ਠੀਕ ਕਰ ਦਿੰਦੇ ਹਨ, ਸ਼ੁੱਧ ਕਰ ਦਿੰਦੇ ਹਨ। ਕਵੀ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਉਹ ਪਾਰਸ ਦੀ ਨਿਆਈ ਹਨ। ਮਨ ਮਨੂਰ ਮਮ ਭੇਦ, ਤੇ ਮੇਰਾ ਜਿਹੜਾ ਮਨ ਹੈ ਇਹ ਮਨੂਰ ਦੀ ਤਰ੍ਹਾਂ ਹੈ। ਮਨੂਰ ਕਹਿੰਦੇ ਆ ਸਾਧ ਸੰਗਤ ਜੀ ਜੰਗਾਲੇ ਹੋਏ ਲੋਹੇ ਨੂੰ। ਇੱਕ ਤਾਂ ਹੁੰਦਾ ਠੋਸ ਲੋਹਾ, ਜਿਵੇਂ ਗਾਡਰ ਆਦਿਕ, ਸਰੀਆ ਆਦਿਕ ਬੜੇ ਠੋਸ ਹੁੰਦੇ ਆ, ਸੋਲਿਡ ਹੁੰਦੇ ਆ। ਤੇ ਇੱਕ ਲੋਹਾ ਜਿਹੜਾ ਹਵਾ ਦੇ ਤੇ ਮਿੱਟੀ ਦੇ ਸੰਪਰਕ ਵਿੱਚ ਲਗਾਤਾਰ ਪਿਆ ਰਹੇ, ਫਿਰ ਉਹਨੂੰ ਸਾਧ ਸੰਗਤ ਜੀ ਉੱਪਰ ਜੰਗਾਲ ਲੱਗ ਜਾਂਦੀ ਹੈ, ਉਹਦੇ ਉੱਪਰ ਮੈਲ ਲੱਗ ਜਾਂਦੀ ਹੈ। ਜੰਗਾਲ ਕੀ ਹੁੰਦੀ ਹੈ? ਮੈਲ ਹੀ ਹੁੰਦੀ ਹੈ ਲੋਹੇ ਦੇ ਉੱਤੇ ਲੱਗੀ। ਸੋ ਉਹਨੂੰ ਜਿਹੜਾ ਉੱਪਰਲਾ ਜਿਹੜਾ ਹਿੱਸਾ ਹੁੰਦਾ ਨਾ ਉਹਦਾ ਭੁਰ ਜਾਂਦਾ ਹੱਥ ਲਾਇਆ ਹੀ, ਉਹਨੂੰ ਮਨੂਰ ਕਹਿੰਦੇ ਆ। ਮਨੂਰ ਦੇ ਵਿੱਚ ਤੇ ਲੋਹੇ ਵਿੱਚ ਇਹ ਫਰਕ ਹੈ। ਇਸੇ ਤਰ੍ਹਾਂ ਸਾਡਾ ਮਨ ਜਿਵੇਂ ਲੋਹਾ ਠੋਸ ਹੈ, ਭਾਰਾ ਹੈ, ਪਾਪਾਂ ਦੇ ਕਾਰਨ ਸਾਡਾ ਮਨ ਵੀ ਭਾਰਾ ਹੋਇਆ ਪਿਆ। ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਸ਼ੇ ਵਿਕਾਰਾਂ ਦੀ ਜਿਹੜੀ ਇਹਨੂੰ ਹਵਾ ਲੱਗ ਰਹੀ ਹੈ, ਉਹਦੇ ਨਾਲ ਮਿਲ ਮਿਲ ਕੇ ਇਹ ਮਨੂਰ ਹੋਈ ਜਾਂਦਾ। ਇਹ ਜੰਗਾਲ ਦੇ ਸਹਿਤ, ਮੈਲ ਦੇ ਸਹਿਤ ਸਾਡਾ ਮਨ ਹੋ ਰਿਹਾ ਹੈ। ਸੋ ਇਸ ਪ੍ਰਕਾਰ ਕਵੀ ਜੀ ਕਹਿੰਦੇ ਮਨ ਮਨੂਰ ਮਮ ਭੇਟ। ਮੇਰਾ ਜਿਹੜਾ ਇਹ ਮੈਲ ਦੇ ਸਹਿਤ ਹੋਇਆ ਮਨ ਆ ਨਾ, ਇਹ ਮੈਂ ਸਤਿਗੁਰੂ ਜੀ ਦੇ ਚਰਨਾਂ ਨੂੰ ਸੁਹਾ ਦਿੱਤਾ ਹੈ, ਲਾ ਦਿੱਤਾ ਹੈ। ਕੰਚਨ ਸੋ ਵੈਦ ਬੈ, ਫਿਰ ਕਹਿੰਦੇ ਗੁਰੂ ਦੀ ਕਿਰਪਾ ਜਦੋਂ ਹੋ ਜੇ ਇਹ ਕੰਚਨ ਵਰਗਾ, ਸੋਨੇ ਵਰਗਾ ਹੋ ਜਾਂਦਾ ਹੈ। ਲਗੈ ਨ ਜੰਗੀ ਭੇਦ, ਇਹਦਾ ਬਚਾਅ ਕੀ ਹੁੰਦਾ ਹੈ, ਇਹਨੂੰ ਬੈਨੀਫਿਟ ਕੀ ਹੁੰਦਾ, ਲਾਭ ਕੀ ਹੁੰਦਾ ਹੈ? ਲੱਗਾ ਨਾ ਜਮ ਕੀ ਫੇਟ। ਫਿਰ ਇਹਨੂੰ ਜਮਾਂ ਦੀ ਫੇਟ ਨਹੀਂ ਲੱਗਦੀ, ਜਮਾਂ ਦੀਆਂ ਚੋਟਾਂ ਨਹੀਂ ਸਹਾਰਨੀਆਂ ਪੈਂਦੀਆਂ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲਿਆ ਅੰਚਲ ਲਾਏ। ਸਾਧ ਰੂਪ ਆਪਣਾ ਤਨ ਧਾਰਿਆ, ਸਤਿਗੁਰੂ ਨਾਨਕ ਦੇਵ ਮਹਾਰਾਜ ਸੰਤ ਸਰੂਪ ਪ੍ਰਗਟ ਹੋਏ ਤੇ ਜਦੋਂ ਉਹਨਾਂ ਦੇ ਚਰਨਾਂ ਦੀ ਸ਼ੋਅ ਪਾਰਸ ਵਰਗੀ ਮਿਲ ਗਈ ਤੇ ਫਿਰ ਸਾਧ ਸੰਗਤ ਇਹ ਮਨ ਦਾ ਫਾਇਦਾ ਕੀ ਹੋਇਆ ਕਿ ਇਹ ਜਮਾਂ ਦੀਆਂ ਚੋਟਾਂ ਸਹਾਰਨੋਂ ਬਚ ਗਿਆ। ਦੁਰੀਆ ਚੰਦ ਲਗੀ ਸਮਾਦ ਮਿਟੇ ਦਿਨ ਦੋ। ਜਦੋਂ ਸਤਿਗੁਰੂ ਸਾਹਿਬ ਜੀ ਕੀਰਤਨ ਸੁਣਨ ਲੱਗੇ, ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ, ਰਬਾਬ ਦੇ ਰਾਗ ਦੇ ਵਿੱਚ ਐਸਾ ਆਨੰਦ ਸਤਿਗੁਰੂ ਜੀ ਦੇ ਮਨ ਨੂੰ ਬੱਝਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਮਾਧੀ ਸਥਿਤ ਹੋ ਗਏ। ਸਮਾਧੀ ਵਿੱਚ ਬੈਠਿਆਂ ਬੈਠਿਆਂ 2 ਦਿਨ ਬੀਤ ਗਏ। ਲੋਚਨ ਕਮਲ ਨ ਬਿਕਸੇ, ਬਿਲਕੁਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਜਿਹੜੇ ਪਲ ਭਰ ਵਾਸਤੇ ਵੀ ਖੁੱਲ੍ਹੇ ਨਹੀਂ, ਪ੍ਰਕਾਸ਼ ਨਹੀਂ ਹੋਏ। ਮਰਦਾਨੇ ਤਨ ਸ਼ੁਦਾ ਅਦਬ ਭੀ, ਇੱਧਰ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਕੋਲੇ ਬੈਠੇ ਆ। 2 ਦਿਨ ਹੋ ਗਏ, ਸਤਿਗੁਰੂ ਤਾਂ ਸਮਾਧੀ ਸਥਿਤ ਹੈ, ਭਾਈ ਮਰਦਾਨਾ ਜੀ ਸੁਚੇਤ ਅਵਸਥਾ ਵਿੱਚ ਬੈਠੇ ਹਨ। ਇਹਨਾਂ ਦੇ ਤਨ ਨੂੰ, ਇਹਨਾਂ ਦੇ ਸਰੀਰ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਪ੍ਰਾਨ ਜਾਏ ਕਿਉ ਨਿਕਸੇ, ਔਰ ਇੰਨੀ ਜ਼ਿਆਦਾ ਭੁੱਖ ਲੱਗੀ ਵੀ ਮਾਨੋ ਭਾਈ ਮਰਦਾਨਾ ਜੀ ਦੇ ਪ੍ਰਾਣ ਹੀ ਨਿਕਲਣ ਲੱਗੇ ਆ, ਜਾਨ ਨਿਕਲਣ ਲੱਗੀ ਹੈ। ਕਿਉਂਕਿ ਭੁੱਖ ਬਹੁਤ ਵੱਡਾ ਦੁੱਖ ਹੈ ਖਾਲਸਾ ਜੀ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਭੁੱਖ ਦੇ ਦੁੱਖ ਨੂੰ ਵੱਡੇ ਦੁੱਖਾਂ ਵਿੱਚ ਗਿਣਿਆ। ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਸਤਿਗੁਰੂ ਦੀ ਬਾਣੀ ਦੇ ਵਿੱਚ ਪਹਿਲਾ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਦੁੱਖ ਹੈ। ਦੂਜੇ ਨੰਬਰ ਦਾ ਦੁੱਖ ਸਤਿਗੁਰੂ ਨੇ ਗੁਰਬਾਣੀ ਵਿੱਚ ਭੁੱਖ ਨੂੰ ਮੰਨਿਆ। ਤੇ ਭੁੱਖ ਦਾ ਗੁਰਮੁਖੋ ਉਹਨੂੰ ਪਤਾ ਜਿਹਨੇ ਕਦੇ ਭੁੱਖ ਕੱਟੀ ਹੋਵੇ, ਜਿਹਦੇ ਉੱਤੇ ਸਮਾਂ ਆਇਆ। ਨਹੀਂ ਤਾਂ ਸਾਧ ਸੰਗਤ ਜੀ ਜਿਹਨੇ ਭੁੱਖ ਕੱਟੀ ਨਹੀਂ, ਰੱਜਿਆ ਹੀ ਰਹਿੰਦਾ, ਹਮੇਸ਼ਾ ਖਾਣ ਪੀਣ ਨੂੰ ਵਾਧੂ ਖੁੱਲ੍ਹਾ ਮਿਲਦਾ ਹੈ, ਉਹਨੂੰ ਕੀ ਪਤਾ ਭੁੱਖ ਕੀ ਹੁੰਦੀ ਆ। ਜਿਹੜਾ ਬੰਦਾ ਸਾਧ ਸੰਗਤ ਜੀ ਕਦੇ ਧੁੱਪੇ ਬੈਠਾ ਹੀ ਨਹੀਂ, ਧੁੱਪ ਸਹੀ ਨਹੀਂ, ਉਹਨੂੰ ਕੀ ਪਤਾ ਛਾਂ ਦਾ ਮੁੱਲ ਕੀ ਹੁੰਦਾ।
ਜਿਹੜਾ ਬੰਦਾ ਸਾਧ ਸੰਗਤ ਜੀ ਕਦੇ ਵਿਛੋੜੇ ਵਾਲੇ ਸਮੇਂ ਦੇ ਵਿੱਚ ਗੁਜ਼ਰਿਆ ਹੀ ਨਹੀਂ, ਉਹਨੂੰ ਕੀ ਪਤਾ ਮਿਲਾਪ ਦੀ ਤੜਫ ਕੀ ਹੁੰਦੀ ਹੈ। ਇਸੇ ਤਰ੍ਹਾਂ ਭਾਈ ਮਰਦਾਨਾ ਜੀ ਭੁੱਖ ਦੇ ਨਾਲ ਵਿਆਕੁਲ ਹੋ ਰਹੇ। ਔਰ ਆਮ ਕਹਾਵਤ ਹੈ ਬਈ ਅੱਧੀ ਮੌਤ ਮੁਸਾਫਰੀ ਤੇ ਸਾਰੀ ਮੌਤ ਭੁੱਖ। ਮੁਸਾਫਰੀ ਰਸਤੇ ਦੇ ਵਿੱਚ ਜਾਣਾ, ਪੈਂਡਾ ਤੈਅ ਕਰਨਾ, ਕਿਤੇ ਆਉਣਾ ਜਾਣਾ, ਉਦੋਂ ਅੱਧੀ ਮੌਤ ਹੁੰਦੀ ਹੈ ਮਨੁੱਖ ਦੀ, ਸੰਕਟ ਵਿੱਚ ਹੀ ਹੁੰਦਾ, ਪਤਾ ਨਹੀਂ ਕਦੋਂ ਕੀ ਹੋ ਜਾਵੇ। ਅਤੇ ਜਦੋਂ ਭੁੱਖ ਹੈ ਇਹ ਤਾਂ ਫਿਰ ਸਾਰੀ ਮੌਤ ਹੈ। ਔਰ ਭੁੱਖ ਐਸੀ ਵਸਤੂ ਹੈ, ਮੌਤ ਤਾਂ ਇੱਕ ਵਾਰੀ ਆਉਂਦੀ ਹੈ, ਪਰ ਇਹ ਤਾਂ ਸਾਧ ਸੰਗਤ ਜੀ ਦਿਨ ਦੇ ਵਿੱਚ ਵਾਰ-ਵਾਰ ਗੇੜੇ ਮਾਰਦੀ ਹੈ ਸਾਡੇ ਕੋਲ। ਮੌਤ ਤਾਂ ਇੱਕ ਵਾਰੀ ਆਈ, ਕੰਮ ਖਤਮ ਹੋਇਆ, ਭੁੱਖ ਤਾਂ ਨਹੀਂ ਟਲਦੀ ਨਾ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾਏ ਕੈ, ਸੁਬਾਹ ਫੇਰ ਖੜੀ। ਇਹ ਤਾਂ ਦੁਬਾਰਾ ਫੇਰ ਆ ਖੜ੍ਹਦੀ ਹੈ ਸਵੇਰ ਨੂੰ। ਇਉਂ ਭੁੱਖ ਦਾ ਦੁੱਖ ਬਹੁਤ ਵੱਡਾ ਦੁੱਖ ਹੈ। ਭਾਈ ਮਰਦਾਨਾ ਜੀ ਇਸ ਦੁੱਖ ਵਿੱਚੋਂ ਗੁਜ਼ਰ ਰਹੇ ਹੈ। ਮਾਨੋ ਕਿ ਉਹਨਾਂ ਦੇ ਪ੍ਰਾਣ ਨਿਕਲ ਰਹੇ, ਹੁਣ ਜਾਨ ਨਿਕਲ ਰਹੀ ਹੋਵੇ ਭੁੱਖ ਨਾਲ। ਕਿਉਂਕਿ ਉਜਾੜ ਬਿਆਬਾਨ ਸ਼ਮਸ਼ਾਨ ਭੂਮੀ ਵਿੱਚ ਬੈਠੇ ਆ, ਨਗਰ ਦੇ ਬਾਹਰ-ਬਾਹਰ ਕੋਈ ਮਨੁੱਖ ਵੀ ਉੱਥੋਂ ਲੰਘਦਾ ਟੱਪਦਾ ਨਹੀਂ, ਇਸ ਕਰਕੇ ਕੋਈ ਦਿਖਾਈ ਨਹੀਂ ਦੇ ਰਿਹਾ। ਨਹੀਂ ਤਾਂ ਜੇ ਕੋਈ ਲੰਘਦਾ ਹੋਵੇ ਉਹ ਤੋਂ ਮੰਗ ਕੇ ਹੀ ਖਾ ਲੈਣ, ਉਹਦੇ ਤੋਂ ਕੁਝ ਮੰਗਾ ਲੈਣ। ਹਾਂ, ਬਸ ਇੰਨਾ ਕੁ ਜ਼ਰੂਰ ਹੈ ਵੀ ਨੇੜੇ ਇੱਕ ਜਲ ਦਾ ਸੁੰਮ ਹੈ, ਸ਼ੁੱਧ ਪਾਣੀ ਹੈ ਪਵਿੱਤਰ। ਤੇ ਭਾਈ ਮਰਦਾਨਾ ਜੀ ਕੀ ਕਰਦੇ ਆ, ਉਹਨੂੰ ਨੇੜੇ ਜਾਣ ਕਰਕੇ ਜਦੋਂ ਬਹੁਤੀ ਭੁੱਖ ਤੰਗ ਕਰਦੀ ਹੈ, ਜਾ ਕੇ ਜਲ ਛਕ ਆਉਂਦੇ ਹਨ। ਭੁੱਖ ਤਾਂ ਬਹੁਤੀ ਲੱਗੀ ਹੈ, ਪਰ ਭਾਵਨਾ ਮਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਛੱਡ ਕੇ ਨਹੀਂ ਜਾ ਸਕਦੇ। ਮਨ ਦੇ ਵਿੱਚ ਐਸੀ ਵਿਚਾਰ ਕਰਦਾ ਭਾਈ ਮਰਦਾਨਾ ਕਿ ਇਹਨਾਂ ਦੇ ਨਾਲ ਜਿਹੜਾ ਰਹਿਣਾ ਹੈ, ਮੇਰਾ ਗੁਜ਼ਾਰਾ ਹੋਣਾ, ਕਿਵੇਂ ਇਹਨਾਂ ਦੇ ਨਾਲ ਬੀਤੇਗਾ, ਕਿਵੇਂ ਬਣਾਵੇਗਾ। ਕਿਉਂਕਿ ਮੈਂ ਤਾਂ ਇਹ ਭੁੱਖਾ ਤੇ ਹਾਏ ਹੀ ਮਰ ਜਾਊਂਗਾ, ਬੜੇ ਦੁੱਖ ਹੋਣਗੇ। ਜਦੋਂ ਸਤਿਗੁਰੂ ਜੀ ਹੁਣ ਆਪਣੀ ਦੇਹੀ ਵਿੱਚ ਵਾਪਸ ਆਉਣਗੇ, ਸਮਾਧੀ ਤੋਂ ਉਥਾਨ ਹੋਣਗੇ, ਤੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਛੁੱਟੀ ਮੰਗ ਲੈਣੀ ਹੈ, ਵਿਦਾਇਗੀ ਲੈ ਲੈਣੀ ਹੈ, ਤੇ ਮੈਂ ਆਪਣੇ ਘਰ ਚਲਿਆ ਜਾਵਾਂਗਾ। ਕਿਉਂਕਿ ਇਹਨਾਂ ਦੇ ਨਾਲ ਰਹਿਣਾ ਤਾਂ ਬਹੁਤ ਕਠਿਨ ਹੈ, ਬੜਾ ਮੁਸ਼ਕਿਲ ਹੈ। ਇਉਂ ਭੁੱਖ ਦੇ ਨਾਲ ਭਾਈ ਮਰਦਾਨਾ ਜੀ ਬਹੁਤ ਜ਼ਿਆਦਾ ਦੁਖੀ ਹੋ ਗਏ, ਵਿਆਕੁਲ ਹੋ ਗਏ। ਪਰ ਭੋਜਨ ਹੱਥ ਨਾ ਆਇਆ, ਮਿਲਿਆ ਨਾ ਛਕਣ ਨੂੰ ਕੁਝ ਵੀ। ਸਤਿਗੁਰੂ ਜੀ ਜਿਹੜੇ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਹਨ, ਉਹਨਾਂ ਨੂੰ ਛੱਡ ਵੀ ਨਹੀਂ ਸਕਦਾ। ਬੜੀ ਕਠਿਨਤਾਈ ਵਾਲੀ ਬਾਤ ਬਣ ਗਈ, ਬੜਾ ਔਖਾ ਸਮਾਂ ਆ ਗਿਆ, ਦੁੱਖ ਪਾਉਂਦਾ ਭਾਈ ਮਰਦਾਨਾ। ਇਹ ਜਿਹੜੀਆਂ ਦੋਵੇਂ ਗੱਲਾਂ ਇਹ ਬਹੁਤ ਹੀ ਕਠਿਨਾਈ ਵਾਲੀਆਂ ਬਣ ਗਈਆਂ। ਦੋਵੇਂ ਗੱਲਾਂ ਜਿਹੜੀਆਂ ਬੜੀਆਂ ਉਲਟੀਆਂ ਜਾਂ ਹੋ ਗਈਆਂ ਵੀ ਸਤਿਗੁਰੂ ਦੇ ਨੇੜੇ ਰਹਾਂ ਕਿ ਨਗਰ ਦੇ ਵਿੱਚ ਜਾਵਾਂ। ਕਿਉਂ ਮਨ ਦੇ ਵਿੱਚ ਸੋਚਾਂ ਵਿਚਾਰਾਂ ਕਰਦਿਆਂ ਸਾਰੀ ਰਾਤ ਬੀਤ ਗਈ। ਤੀਜਾ ਦਿਨ ਚੜ੍ਹ ਗਿਆ ਜਦੋਂ ਸੂਰਜ ਦਾ ਚੜ੍ਹਾਅ ਹੋਇਆ। ਉਸ ਵੇਲੇ ਸਤਿਗੁਰੂ ਜੀ ਨੇ ਆਪਣੇ ਕਮਲਾਂ ਵਰਗੇ ਨੇਤਰਾਂ ਨੂੰ ਉਘਾੜਿਆ, ਖੋਲ੍ਹਿਆ। ਸਤਿਗੁਰੂ ਜੀ ਸੁਚੇਤ ਸਾਵਧਾਨ ਹੋਏ, ਸਰੀਰ ਵਿੱਚ ਸਮਾਧੀ ਤੋਂ ਉਥਾਨ ਹੋ ਕੇ ਭਾਈ ਮਰਦਾਨਾ ਜੀ ਦੇ ਮਨ ਦੀ ਗੱਲਬਾਤ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੈਰ ਗੰਭੀਰ ਅਵਸਥਾ ਦੇ ਵਿੱਚ ਜਾ ਕੇ ਬਚਨ ਬੋਲੇ। ਕਹਿਣ ਲੱਗੇ, ਸੁਣਾ ਭਾਈ ਮਰਦਾਨੇ, ਕੀ ਹਾਲ ਚਾਲ ਹੈ ਤੇਰਾ, ਕੀ ਖਬਰਸਾਰ ਹੈ, ਕਿਵੇਂ ਤੇਰਾ ਚਿਹਰਾ ਮੁਰਝਾਇਆ ਹੋਇਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਵਚਨ ਸੁਣ ਕੇ ਬੜਾ ਦੁਖੀ ਹੋ ਕੇ ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ, ਭੁੱਖ ਅਤੇ ਤੇਹ ਦੇ ਨਾਲ
ਮੇਰਾ ਤਾਂ ਬੁਰਾ ਹਾਲ ਹੋਇਆ ਪਿਆ, ਪਰ ਤੁਹਾਡੇ ਤਾਂ ਇਹ ਖਤਮ ਹੀ ਹੋਏ ਆ ਨਾ, ਭੁੱਖ ਤੇ ਤੁਹਾਨੂੰ ਤਾਂ ਲੱਗਦੀ ਨਹੀਂ। ਤਿਨ ਤੇ ਕਸ਼ਟ ਨ ਕੋ, ਇਸ ਕਰਕੇ ਤੁਹਾਨੂੰ ਕਿਸੇ ਤਰ੍ਹਾਂ ਦਾ ਕਸ਼ਟ ਦੁੱਖ ਨਹੀਂ ਹੈ। ਐਸੇ ਤੁਮ ਕੋ ਆਨ ਵਿਆਪੈ, ਤੁਹਾਨੂੰ ਕਿਵੇਂ ਭੁੱਖ ਤੇ ਵਿਆਪ ਸਕਦੀ ਹੈ ਆ ਕੇ? ਬਰਾਬਰ ਸਰਜੇ ਸੋ, ਕਿਉਂਕਿ ਮਹਾਰਾਜ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਤੁਸੀਂ ਕੀਤੀ ਹੈ, ਭੁੱਖ ਤੇ ਵੀ ਤੁਸੀਂ ਪੈਦਾ ਕੀਤੀ ਹੈ। ਅਮਰਾ ਨਰਤਨ ਤਿਨ ਬਿਨ ਗੁਜਰਨਾ, ਤੁਸੀਂ ਤਾਂ ਸਤਿਗੁਰੂ ਜੀ ਨਾਨਕ ਨਿਰੰਕਾਰੀ ਹੋ, ਪਰ ਮੇਰਾ ਤਾਂ ਮਨੁੱਖਾਂ ਵਾਲਾ ਸਰੀਰ ਹੈ, ਇਸ ਕਰਕੇ ਭੋਜਨ ਤੋਂ ਬਿਨਾ ਮੇਰਾ ਤਾਂ ਗੁਜ਼ਾਰਾ ਨਹੀਂ। ਅਸਨ ਕਸਨ ਨਿਤ ਚਾਹੂੰ, ਮੈਂ ਤਾਂ ਨਿੱਤਾ ਪ੍ਰਤੀ ਵਸਤਰ ਵੀ ਚਾਹੁੰਦਾ ਹੈ ਤੇ ਭੋਜਨ ਵੀ ਚਾਹੁੰਦਾ, ਭੁੱਖ ਵੀ ਲੱਗਦੀ ਹੈ, ਛਕਣ ਵਾਸਤੇ ਵੀ ਕੁਝ ਚਾਹੀਦਾ, ਠੰਡ ਲੱਗੇ ਤਾਂ ਮੈਂ ਰਜਾਈ ਵੀ ਮੰਗਾਂਗਾ। ਭਇਓ ਸਦਾ ਸੁਹਦਤ ਬਿਹਾਲਾ, ਮਹਾਰਾਜ ਮੈਂ ਤਾਂ ਭੁੱਖ ਦੇ ਨਾਲ ਬਹੁਤਾ ਹੀ ਵਿਆਕੁਲ ਹੋ ਗਿਆ ਹਾਂ। ਤੇ ਪ੍ਰਭ ਜੀ ਖਾਹੂੰ, ਮਹਾਰਾਜ ਦੱਸੋ ਮੈਂ ਕਿੱਥੋਂ ਲੈ ਕੇ ਕੁਝ ਖਾਵਾਂ ਛਕਾਂ? ਤੂੰ ਜੇ ਸੰਗਤ ਪਿਓ ਨਿਤ ਚਾਹਤ, ਤੇ ਸਿੱਧਾ ਹੀ ਸਪਸ਼ਟ ਮਹਾਰਾਜ ਨੂੰ ਕਹਿੰਦਾ, ਬਾਬਾ ਜੀ ਜੇ ਮੈਨੂੰ ਨਾਲ ਰੱਖਣਾ ਚਾਹੁੰਦੇ ਹੋ। ਦੂਰ ਸਦਾ ਕਰ ਮੇਰੀ, ਭਾਈ ਮਰਦਾਨਾ ਜੀ ਬੇਨਤੀ ਕਰ ਰਹੇ ਆ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਜੇ ਮੈਨੂੰ ਆਪ ਜੀ ਆਪਣੇ ਸੰਗ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤੇ ਕਿਰਪਾ ਕਰੋ, ਜਿਵੇਂ ਤੁਹਾਨੂੰ ਭੁੱਖ ਤੇ ਨਹੀਂ ਵਿਆਪਦੀ, ਮੇਰੀ ਵੀ ਐਸੀ ਅਵਸਥਾ ਬਣਾ ਦਿਓ, ਮੇਰੀ ਵੀ ਭੁੱਖ ਦੂਰ ਕਰ ਦਿਓ। ਬਾਸਰ ਤੀਨ ਅਸਨ ਬਿਨ ਬੀਤੇ, ਮਹਾਰਾਜ 3 ਦਿਨ ਹੋ ਗਏ ਮੈਂ ਤਾਂ ਭੋਜਨ ਪ੍ਰਸ਼ਾਦੇ ਤੋਂ ਬਿਨਾਂ ਹੀ ਬਤੀਤ ਕਰ ਲਏ। ਸਿਕਲ ਕਬਕ ਬਿਨ ਜੋਰੀ, ਤੇ ਮਹਾਰਾਜ ਸੱਚੇ ਪਾਤਸ਼ਾਹ ਇਉਂ ਮੈਂ ਜਿਹੜਾ ਬੜਾ ਦੁਖੀ ਹੋ ਗਿਆ, ਮੇਰਾ ਚਿਹਰਾ ਮੁਰਝਾ ਗਿਆ, ਤਨ ਕਮਜ਼ੋਰ ਹੋ ਗਿਆ ਹੈ। ਕੇ ਬਿਦ ਹੋਵੇ ਮੁਝੇ ਨਿਰਭਾਗੂ, ਮਹਾਰਾਜ ਦੱਸੋ ਜੇ ਮੈਨੂੰ ਐ ਭੁੱਖ ਲੱਗਦੀ ਰਹੀ ਤੇ ਮੇਰਾ ਕਿਵੇਂ ਤੁਹਾਡੇ ਨਾਲ ਗੁਜ਼ਾਰਾ ਹੋਵੇਗਾ? ਅਸਨ ਅਚਨ ਜਤ ਚਾਹ, ਕਿਉਂਕਿ ਸੰਸਾਰੀ ਮਨੁੱਖ ਹੈ ਮੈਂ ਤਾਂ, ਨਿੱਤਾ ਪ੍ਰਤੀ ਮੈਂ ਭੋਜਨ ਪ੍ਰਸ਼ਾਦਾ ਛਕਣਾ, ਵਸਤਰ ਪਹਿਨਣੇ ਚਾਹੁੰਦਾ ਹਾਂ। ਇੱਕ ਨਿਰਬਲ ਬਲ ਇੱਕ ਨਿਰਬਲ ਤਾਂ ਦੂਸਰ ਪਦ ਸੋ, ਮਹਾਰਾਜ ਜੇ ਮੈਂ ਇਉਂ ਭੁੱਖਾ ਰਿਹਾ ਫਿਰ ਤਾਂ ਇੱਕ ਤਾਂ ਮੇਰਾ ਸਰੀਰ ਕਮਜ਼ੋਰ ਹੋ ਜਾਏਗਾ, ਦੂਜਾ ਆਪ ਜੀ ਕਹਿੰਦੇ ਹੋ ਵੀ ਪੈਰੀ ਚੱਲਣਾ, ਪੈਦਲ ਚੱਲਣਾ ਹੈ। ਸਦਾ ਪੰਥ ਅਵਗਾਹ, ਤੇ ਮਹਾਰਾਜ ਇਹ ਵੀ ਕੋਈ 1-2 ਦਿਨਾਂ ਦੀ ਗੱਲ ਨਹੀਂ, ਸਦਾ ਵਾਸਤੇ ਹੀ ਆਪਾਂ ਤਾਂ ਤੁਰਦੇ ਰਹਿਣਾ ਹੈ। ਜਗਤ ਜਲੰਦੇ ਨੂੰ ਤਾਰਨ ਵਾਸਤੇ ਆਪ ਜੀ ਜਾਓਗੇ, ਹਮੇਸ਼ਾ ਤੁਹਾਡੇ ਨਾਲ ਪੰਥ ਮੈਨੂੰ ਕਰਨਾ ਪੈਣਾ ਹੈ। ਤੋਰਾ ਸ੍ਰੀ ਨਾਨਕ ਅਨੰਦ ਭਨੈ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਖੋਂ ਬੋਲੇ, ਸੁਨ ਮਰਦਾਨਾ ਪਾਨ, ਕਹਿੰਦੇ ਭਾਈ ਮਰਦਾਨਾ ਧਿਆਨ ਨਾਲ ਸੁਣ, ਹਮ ਸੰਗ ਐਸੇ ਹੀ ਸਦਾ, ਸਾਡੇ ਨਾਲ ਹਮੇਸ਼ਾ ਹੀ ਇਸੇ ਤਰ੍ਹਾਂ। ਪ੍ਰਭੂ ਆਪ ਪਰਮਾਨ, ਕਹਿੰਦੇ ਜੇ ਸਾਡੇ ਨਾਲ ਰਹਿਣਾ, ਕਹਿੰਦੇ ਇਹ ਚੀਜ਼ਾਂ ਤਾਂ ਕੱਟਣੀਆਂ ਪੈਣਗੀਆਂ, ਭੁੱਖ ਵੀ ਕੱਟਣੀ ਪਏਗੀ ਤੇ ਵੀ ਕੱਟਣੀ ਪਵੇਗੀ, ਭੁੱਖ ਨੰਗ ਤੇ ਦੁੱਖ ਤਾਂ ਤੈਨੂੰ ਸਹਾਰਨੇ ਪੈਣਗੇ, ਪੈਦਲ ਵੀ ਤੁਰਨਾ ਪਵੇਗਾ। ਜੇ ਕਹਿੰਦੇ ਸਾਡੇ ਨਾਲ ਰਹਿਣ ਦੀ ਇੱਛਾ ਹੈ ਤੇਰੀ, ਫਿਰ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਵਾਨ ਕਰਨਾ ਪਵੇਗਾ। ਸੋਰਠ ਕੈ ਮੁਝ ਸੁਦਾ ਨਸਾਏ, ਕਹਿੰਦਾ ਮਹਾਰਾਜ ਜਾਂ ਤਾਂ ਮੇਰੀ ਭੁੱਖ ਦੂਰ ਕਰ ਦਿਓ, ਕੈ ਦੀਜੈ ਮੁਝ ਖਾਨ ਕੋ, ਤੇ ਜਾਂ ਮਹਾਰਾਜ ਜੇ ਭੁੱਖ ਦੂਰ ਨਹੀਂ ਕਰਨੀ ਫਿਰ ਮੈਨੂੰ ਕੁਝ ਖਾਣ ਨੂੰ ਦਿਆ ਕਰੋ। ਪਾਉ ਵੈ ਨਿਰਭਾਏ, ਫਿਰ ਤਾਂ ਮਹਾਰਾਜ ਤੁਹਾਡੇ ਨਾਲ ਨਿਰਵਾਹ ਹੋ ਸਕਦਾ, ਗੁਜ਼ਾਰਾ ਹੋ ਸਕਦਾ ਮੇਰਾ। ਨਾਤੁਲ ਸੰਗ ਨ ਪੁੱਜਈ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਤੁਹਾਡੇ ਨਾਲ ਮੇਰਾ ਜਿਹੜਾ ਸੰਗ ਕਰਨਾ ਨਾ, ਤੁਹਾਡੇ ਨਾਲ ਰਹਿਣਾ, ਇਹ ਪੁੱਗੇਗਾ ਨਹੀਂ, ਇਹ ਨਿਭ ਨਹੀਂ ਸਕੇਗਾ। ਦੋਈਆ ਚੰਦ ਇਹ ਬਾਤੈਂ ਸਭ ਵਿਗ ਕਰਤਾਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤ ਨਿਮਰਤਾ ਦੇ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਭਾਈ ਜਿਹੜੀਆਂ ਮੰਗਾਂ ਤੂੰ ਮੰਗਦਾ ਨਾ ਮਰਦਾਨੇ, ਇਹ ਸਾਰੀਆਂ ਗੱਲਾਂ ਤਾਂ ਸਿਰਫ ਕਰਤਾਰ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹੀ ਹੈ, ਉਹੀ ਕਰ ਸਕਦੇ ਹਨ। ਕਰਨ ਕਰਾਵਨ ਜੋ, ਕਿਉਂਕਿ ਉਹ ਆਪ ਕਰਨ ਕਰਾਉਣ ਵਾਲੇ ਆ, ਸਾਰੇ ਕਾਰਨਾਂ ਨੂੰ ਆਪ ਰਚਣ ਵਾਲੇ ਆ। ਹਾਲਾਂਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਅਕਾਲ ਪੁਰਖ ਦਾ ਸਰੂਪ ਹਨ, ਪਰ ਫਿਰ ਵੀ ਮਨੁੱਖਾ ਤਨ ਵਿੱਚ ਹੁੰਦਿਆਂ ਹੋਇਆਂ ਇੰਨੀ ਨਿਮਰਤਾ ਦਰਸਾਈ ਹੈ। ਸਤਿਗੁਰੂ ਸਾਹਿਬ ਜੀ ਨੇ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਨਿਮਰਤਾ ਦੇ ਵਿੱਚ ਰਹਿ ਕੇ ਸਾਨੂੰ ਦਰਸਾਇਆ ਵੀ ਕਿੰਨੀ ਨਿਮਰਤਾ ਹੋਣੀ ਚਾਹੀਦੀ। 10ਵੇਂ ਪਾਤਸ਼ਾਹ ਜੀ ਨੂੰ ਸਿੱਖ ਪੁੱਛਦੇ ਆ, ਮਹਾਰਾਜ ਆਪ ਜੀ ਅਕਾਲ ਪੁਰਖ ਦੇ ਸਰੂਪ ਹੋ, ਤੇ ਸਤਿਗੁਰੂ ਜੀ ਕਹਿੰਦੇ ਨਹੀਂ, ਮੈਨੂੰ ਅਕਾਲ ਪੁਰਖ ਦਾ ਦਾਸ ਜਾਣੋ, ਮੋਹ ਕੋ ਦਾਸ ਤਵਨ ਕਾ ਜਾਨੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਸੰਸਾਰ ਤਮਾਸ਼ੇ ਨੂੰ, ਖੇਡ ਨੂੰ ਦੇਖਣ ਵਾਸਤੇ ਆਇਆ, ਮੈਂ ਉਹਦਾ ਸੇਵਕ ਹਾਂ। ਹਾਲਾਂਕਿ ਸਰਬ ਕਲਾ ਸਮਰੱਥ ਸਨ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਇੰਨੀ ਮਨ ਦੀ ਗਰੀਬੀ, ਇੰਨੀ ਨਿਮਰਤਾ ਉਹਨਾਂ ਵਿੱਚ, ਕਹਿਣ ਲੱਗੇ ਮਰਦਾਨੇ ਇਹ ਸਭ ਕੁਝ ਅਕਾਲ ਪੁਰਖ ਦੇ ਵੱਸ ਹੈ, ਮੇਰੇ ਹੱਥ ਵੱਸ ਨਹੀਂ ਹੈ, ਮੇਰੇ ਵੱਸ ਦੀ ਗੱਲ। ਕਿੰਨੀ ਗਰੀਬੀ ਹੈ,
ਕਿੰਨੀ ਨਿਮਰਤਾ ਸਤਿਗੁਰੂ ਵਿੱਚ ਹੈ ਤੇ ਸੰਗਤਾਂ ਨੂੰ ਬਖਸ਼ੀ ਹੈ। ਜਦੋਂ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ ਨਾ, ਗੋਰਖ ਵਰਗੇ ਵੱਡੀਆਂ ਉਮਰਾਂ ਵਾਲੇ ਸਿੱਧ, ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ ਕਿ ਤੁਸੀਂ ਬਾਲਕਾ ਇੱਥੇ ਕਿਵੇਂ ਪਹੁੰਚ ਗਏ ਐਡੇ ਉੱਚੇ ਜਗ੍ਹਾ ਦੇ ਉੱਤੇ, ਸਮੇਰ ਪਰਬਤ ਦੇ ਉੱਤੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਗੁਰ ਸ਼ਬਦ ਦਾ ਓਟ ਆਸਰਾ ਲੈ ਕੇ, ਸਾਧ ਸੰਗਤ ਦੀ ਓਟ ਲੈ ਕੇ ਇੱਥੇ ਪਹੁੰਚੇ। ਅਸੀਂ ਤਾਂ ਸਮਾਧੀਆਂ ਲਾਉਂਦੇ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵੀ, ਪਰ ਅਸੀਂ ਸਮਾਧੀ ਹੱਠ ਯੋਗ ਵਾਲੀ ਨਹੀਂ ਲਾਉਂਦੇ, ਅਸੀਂ ਤਾਂ ਪ੍ਰੇਮਾ ਭਗਤੀ ਰੂਪੀ ਸਮਾਧੀ ਵਿੱਚ ਆਪਣੇ ਮਨ ਨੂੰ ਲਪੇਟਿਆ ਹੋਇਆ, ਜਿਸ ਕਰਕੇ ਤੁਹਾਡੇ ਕੋਲੇ ਪਹੁੰਚ ਗਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਿੱਧ ਪੁੱਛਦੇ ਆ ਕਿ ਬਾਲਕਾ ਤੂੰ ਐਡੀ ਦੂਰ ਆ ਤਾਂ ਗਿਆ ਸਾਡੇ ਕੋਲੇ, ਮੰਗ, ਤੇਰੀ ਮੰਗ ਕੀ ਹੈ? ਜੋ ਜਾਚਨਾ ਸਾਡੇ ਤੋਂ ਮੰਗ ਲੈ, ਕੀ ਬਖਸ਼ ਦਈਏ ਤੈਨੂੰ? ਸਤਿਗੁਰੂ ਪਾਤਸ਼ਾਹ ਗੋਰਖਨਾਥ ਨੂੰ ਕਹਿੰਦੇ ਮਹਾਂਪੁਰਖੋ ਸੰਤ ਜੀ, ਜੇ ਕੁਝ ਬਖਸ਼ਣਾ ਹੈ ਤਾਂ ਮੈਨੂੰ ਹਿਰਦੇ ਦੀ ਗਰੀਬੀ ਬਖਸ਼ ਦਿਓ। ਜਦੋਂ ਆਹ ਵਚਨ ਕੀਤੇ, ਗੋਰਖਨਾਥ ਦੀਆਂ ਅੱਖਾਂ ਬੰਦ ਹੋ ਗਈਆਂ। ਧਿਆਨ ਧਰ ਕੇ ਦੇਖਦਾ ਹੈ ਵੀ ਆਹ ਗਰੀਬੀ ਮੈਂ ਇਹਨਾਂ ਨੂੰ ਕਿੱਥੋਂ ਬਖਸ਼ ਦਿਆਂ? ਮੈਂ ਤਾਂ ਆਪ ਹੰਕਾਰ ਦੇ ਟਿੱਬੇ 'ਤੇ ਚੜ੍ਹਿਆ ਬੈਠਾ, ਹੰਕਾਰ ਦੇ ਟਿੱਲੇ 'ਤੇ ਵਿਰਾਜਮਾਨ ਹੈ। ਜਿਹੜੀ ਵਸਤੂ ਜਿਸ ਕੋਲ ਹੋਵੇਗੀ ਖਾਲਸਾ ਜੀ ਉਹੀ ਬਖਸ਼ ਸਕਦਾ ਨਾ ਕਿਸੇ ਨੂੰ। ਜਿਹੜੀ ਗੱਲੋਂ ਆਪ ਹੀ ਨੰਗ ਹੈ, ਕਿਸੇ ਨੂੰ ਕੀ ਬਖਸ਼ੇਗਾ? ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਗੋਰਖਨਾਥ ਨੇ, ਨੂੰ ਆਵਾਜ਼ ਆਈ ਕਿ ਤੈਨੂੰ ਗਰੀਬੀ ਨਹੀਂ ਮਿਲ ਸਕਦੀ, ਕਿਉਂਕਿ ਜਿੰਨੀ ਮਨ ਦੀ ਗਰੀਬੀ ਨਿਮਰਤਾ ਹੈ ਉਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਿੱਖ ਸੰਗਤਾਂ ਵਾਸਤੇ ਲੈ ਗਏ ਹੈ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਸਿੱਖ ਸੰਗਤਾਂ ਵਿੱਚ ਇੰਨੀ ਨਿਮਰਤਾ, ਇੰਨੀ ਗਰੀਬੀ ਵਰਤਾਈ ਹੈ। ਅੱਜ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ ਤੇ ਹਰ ਇੱਕ ਸਿੱਖ ਦੇ ਮੂੰਹ ਦੇ ਉੱਤੇ ਇਹੀ ਬੋਲ ਹੁੰਦੇ ਹੈ ਜੀ, ਮੈਂ ਤਾਂ ਸੰਗਤਾਂ ਦੇ ਚਰਨਾਂ ਦੀ ਧੂੜ ਹੈ, ਮੈਂ ਤਾਂ ਸੰਗਤਾਂ ਦਾ ਦਾਸ ਹੈ। ਕਿਉਂਕਿ ਬਖਸ਼ਿਸ਼ਾਂ ਸਤਿਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਉੱਤੇ ਬਖਸ਼ਿਸ਼ ਕੀਤੀਆਂ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇ ਨਿਸ਼ਾਰੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਗਰੀਬੀ ਦੀ, ਮਨ ਦੀ ਨਿਮਰਤਾ ਦੀ ਦਾਤ ਗੁਰੂ ਕੇ ਸਿੱਖਾਂ ਨੂੰ ਬਖਸ਼ੀ ਹੈ। ਪਰ ਭਾਈ ਇਹ ਇਕੱਲਾ ਮੂੰਹ ਤੋਂ ਕਹਿਣ ਨਾਲ ਨਹੀਂ ਵੀ ਅਸੀਂ ਤਾਂ ਦਾਸ ਹਾਂ, ਅਸੀਂ ਸੇਵਕ ਹਾਂ, ਅਤੇ ਮਨ ਦੇ ਵਿੱਚ ਇਹ ਚੱਲਦਾ ਹੋਵੇ ਵੀ ਮੇਰੇ ਵਰਗਾ ਸਿੱਖ ਕੋਈ ਨਹੀਂ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਕਥਾਕਾਰ ਕੋਈ ਨਹੀਂ, ਰਾਗੀ ਕੋਈ ਨਹੀਂ, ਪਾਠੀ ਕੋਈ ਨਹੀਂ। ਮੈਂ ਤਾਂ ਨਿੱਤਾ ਪ੍ਰਤੀ ਮਹਾਰਾਜ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਆ ਜਾਂਦਾ, ਦੂਜੇ ਤੋਂ ਉੱਠਦੇ ਹੀ ਨਹੀਂ। ਇਸ ਕਰਕੇ ਇਹ ਜਿਹੜੀਆਂ ਨਿਮਰਤਾ ਦੀਆਂ ਗੱਲਾਂ, ਇਹ ਸਾਡੇ ਇਕੱਲਾ ਮੁੱਖ ਤੋਂ ਨਾ ਹੋਣ, ਹਿਰਦੇ ਦੇ ਵਿੱਚ, ਮਨ ਦੇ ਵਿੱਚ ਗਰੀਬੀ ਹੋਵੇ, ਫਿਰ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਭ ਪ੍ਰਕਾਰ ਦੇ ਬੰਧਨ ਕੱਟ ਕੇ ਆਪਣੇ ਚਰਨਾਂ ਦੇ ਨਾਲ ਮੇਲ ਲੈਂਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਅਤ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨੇ, ਆਹ ਜਿਹੜੀਆਂ ਮੰਗਾਂ ਮੰਗਦਾ ਹੈ, ਭੁੱਖ ਦੂਰ ਕਰ ਦਿਓ, ਤ੍ਰੇਹ ਦੂਰ ਕਰ ਦਿਓ, ਉੱਚੀ ਅਵਸਥਾ ਬਖਸ਼ ਦਿਓ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਵੱਸ ਹੈ। ਹਮਾਰੇ ਸੰਗ ਜਾਨੀਏ ਅਸਬਿਦ, ਤੇ ਸਾਡੇ ਨਾਲ ਕਹਿੰਦੇ ਜੇ ਰਹਿਣਾ ਤਾਂ ਜਾਣ ਲਓ। ਜਸ ਬਨ ਕਾਟੈ ਸੋ, ਕਹਿੰਦੇ ਸਾਡੇ ਨਾਲ ਤਾਂ ਫਿਰ ਕਹਿੰਦੇ ਆ ਭੁੱਖ ਤੇ ਜਿਹੜੀਆਂ ਤੰਗੀਆਂ ਤੁਰਸ਼ੀਆਂ ਇਹ ਕੱਟਣੀਆਂ ਹੀ ਪੈਣਗੀਆਂ। ਖੁਸ਼ੀ ਹੋਏ ਤੋ ਨਿਵਟ ਰਹੀਜੈ, ਹਾਂ ਜੇਕਰ ਕਹਿੰਦੇ ਤੇਰੇ ਮਨ ਦੀ ਖੁਸ਼ੀ ਹੈ, ਤੈਨੂੰ ਚੰਗਾ ਲੱਗਦਾ ਹੈ, ਫਿਰ ਕਹਿੰਦੇ ਸਾਡੇ ਕੋਲ ਰਹਿ ਪਾ, ਨਹੀਂ ਤਾਂ ਆਪਣੇ ਘਰ ਜਾ ਸਕਦਾ ਹੈ, ਨਹੀਂ ਤਾਂ ਜਾ ਆਪਣੇ ਘਰ 'ਚ ਰਹਿ ਜਾ, ਸੁਖੀ ਵਸ। ਜਦੋਂ ਸਤਿਗੁਰੂ ਸਾਹਿਬ ਜੀ ਨੇ ਆਹ ਬਚਨ ਕੀਤੇ, ਭਾਈ ਮਰਦਾਨਾ ਜੀ ਦਾ ਮਨ ਦੁਨਿਆਵੀ ਮੋਹ ਦੇ ਵਿੱਚ ਭਰਮ ਗਿਆ, ਭੁਲੇਖੇ ਵਿੱਚ ਆ ਗਿਆ। ਉਸ ਵੇਲੇ ਆਪਣਾ ਪੁੱਤਰ, ਆਪਣੀ ਘਰ ਵਾਲੀ ਇਸਤਰੀ ਯਾਦ ਆਈ ਵੀ ਪੁੱਤ ਘਰੇ ਚੰਗਾ ਭਲਾ ਬਾਪੂ ਬਾਪੂ ਕਹਿੰਦਾ ਸੀ, ਪਾਣੀ ਲਿਆ ਕੇ ਫੜਾਉਂਦਾ ਸੀ, ਘਰ ਵਾਲੀ ਵੀ ਗਰਮ ਗਰਮ ਰੋਟੀਆਂ ਲਾ ਕੇ ਛਕਾਉਂਦੀ ਸੀ। ਕਹਿਣ ਲੱਗਾ ਮਹਾਰਾਜ ਫਿਰ ਚਲੋ ਮੈਨੂੰ ਆਗਿਆ ਹੀ ਦੇ ਦਿਓ, ਮੈਂ ਘਰ ਚਲਿਆ ਜਾਂਦਾ ਹਾਂ। ਤੇ ਨਾਲੇ ਮਹਾਰਾਜ ਜਿਹੜੇ ਕੰਮ ਵਾਸਤੇ ਮੈਨੂੰ ਇੱਥੇ ਭੇਜਿਆ ਸੀ ਪਿਤਾ ਮਹਿਤਾ ਕਾਲੂ ਜੀ ਨੇ, ਉਸ ਤੁਹਾਡੀ ਖਬਰਸਾਰ ਜਾ ਕੇ ਦੱਸਾਂਗਾ। ਜਦੋਂ ਭਾਈ ਮਰਦਾਨਾ ਜੀ ਘਰ ਨੂੰ ਜਾਣ ਵਾਸਤੇ ਤਿਆਰ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸਾਧ ਸੰਗਤ ਜੀ ਅਲੱਖ ਨਾ ਲਿਖੇ ਜਾਣ ਵਾਲੇ, ਨਾ ਜਾਣੇ ਜਾਣ ਵਾਲੇ ਹੈ, ਔਰ ਅਭੇਊ ਜਿਨ੍ਹਾਂ ਦਾ ਸਾਧ ਸੰਗਤ ਜੀ ਭੇਦ ਕੋਈ ਵੇਦਾਂ ਸ਼ਾਸਤਰਾਂ ਕਰਕੇ ਵੀ ਜਾਣਿਆ ਨਹੀਂ ਜਾ ਸਕਦਾ। ਕਹਿਣ ਲੱਗੇ ਮਰਦਾਨੇ ਜੇ ਘਰ ਜਾਣਾ ਤਾਂ ਜਾਂਦਾ ਜਾਂਦਾ ਫਿਰ ਰਬਾਬ
ਭੈਣ ਦੇ ਘਰੇ ਰੱਖ ਜੀ, ਮੈਂ ਇਹ ਰਬਾਬ ਤੋਂ ਕੀ ਕਰਾਉਣਾ, ਉੱਥੇ ਘਰ ਵਿੱਚ ਸੰਭਾਲ ਦਈ। ਬਾਬਰ ਜਾਓ ਮਰਦਾਨਾ। ਫਿਰ ਭਾਈ ਮਰਦਾਨੇ ਤੂੰ ਤਲਵੰਡੀ ਨੂੰ ਚਲਿਆ ਜਾਈ ਘਰ ਨੂੰ। ਕਰਨਾ ਨਿਰਤੇ ਸੁਣ ਕੈ ਬਚਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਔਰ ਮੈਂ ਕੀਓ ਬਿਆਨਾ। ਭਾਈ ਮਰਦਾਨਾ ਜੀ ਨੇ ਸੁਲਤਾਨਪੁਰ ਨਗਰ ਵੱਲ ਨੂੰ ਚਾਲਾ ਮਾਰ ਦਿੱਤਾ। ਭਇਓ ਨਕੇ ਨਾਨਕੇ ਤਬਹੀ। ਉਸ ਵੇਲੇ ਭੈਣ ਨਾਨਕੀ ਦੇ ਘਰ ਭਾਈ ਮਰਦਾਨਾ ਪਹੁੰਚ ਗਿਆ। ਈਸ ਸੰਗ ਜਬ ਦੇਖਾ। ਜਦੋਂ ਭੈਣ ਨਾਨਕੀ ਨੇ ਭਾਈ ਮਰਦਾਨੇ ਨੂੰ ਇਕੱਲੇ ਨੂੰ ਆਉਂਦਾ ਵੇਖਿਆ, ਮਨ ਵਿੱਚ ਸ਼ੰਕਾ ਜੀ ਪੈਦਾ ਹੋ ਗਈ। ਸੁੰਦਰ ਪੀੜਾ ਦੀਨ ਵਿਸ਼ਾਈ। ਬੇਦੀ ਕੁਲ ਦਾ ਡੂਮ ਮਰਾਸੀ ਹੈ, ਆਦਰ ਸਤਿਕਾਰ ਵਜੋਂ ਮੇਰੇ ਭਰਾ ਦਾ ਸਾਥੀ ਹੈ। ਭੈਣ ਨਾਨਕੀ ਨੇ ਸੁੰਦਰ ਪੀੜਾ ਢਾਹ ਕੇ ਉੱਤੇ ਸੋਹਣੀ ਚਾਦਰ ਵਿਛਾ ਦਿੱਤੀ। ਆਦਰ ਕੀਨ ਵਸੇਤਾ। ਬਹੁਤ ਆਦਰ ਸਤਿਕਾਰ ਭਾਈ ਮਰਦਾਨੇ ਦਾ ਕੀਤਾ। ਬਾਤ ਦਿਲ ਸੁਨੈ ਹਮ ਕਰ ਆਇਓ। ਤੇ ਭੈਣ ਜੀ ਪੁੱਛਦੇ ਆ ਮਰਦਾਨੇ, ਭਾਈ ਮਰਦਾਨੇ ਬੜੇ ਦਿਨਾਂ ਬਾਅਦ ਆਇਆ ਹੈ, ਕਹਾਂ ਰਹੇ ਮਰਦਾਨਾ। ਤੂੰ ਇੰਨੇ ਦਿਨ ਕਿੱਥੇ ਰਿਹਾ? ਇਹ ਰਬਾਬ ਕੀ ਕੀਮਤ ਕਿਤਨੀ। ਆਹ ਜਿਹੜੀ ਰਬਾਬ ਹੈ ਤੇਰੇ ਹੱਥ ਵਿੱਚ, ਇਹਦੀ ਕੀਮਤ ਕਿੰਨੇ ਦੀ ਲਈ ਹੈ? ਜੋ ਅਤ ਸੁੰਦਰ ਅੰਨਾ। ਕਿਉਂਕਿ ਰਬਾਬ ਜਿਹੜੀ ਹੈ ਇਹ ਬੜੀ ਸੁੰਦਰ ਹੈ, ਬਹੁਤ ਸੁੰਦਰ, ਬਹੁਤ ਸੋਹਣੀ ਦਿਖਾਈ ਦੇ ਰਹੀ ਹੈ। ਰਤਾ ਪਾਨ ਪਾਨ ਕਬ ਵੈਸੇ। ਤੇ ਨਾਲੇ ਦੱਸ ਕਿ ਮੇਰੇ ਭਰਾ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਬੈਠੇ ਹਨ? ਕਮਲ ਬਦਨ ਗਤ ਦੇਨਾ। ਸਤਿਗੁਰੂ ਜੀ ਜਿਨ੍ਹਾਂ ਦਾ ਚਿਹਰਾ ਕਮਲ ਵਰਗਾ ਹੈ ਤੇ ਮੁਕਤੀ ਦੇਣ ਵਾਲੇ ਹਨ। ਐ ਮਰਦਾਨਾ ਆਏ ਸੁਦੇ ਕਰ। ਭਾਈ ਮਰਦਾਨਾ ਫਿਰ ਦੱਸਦਾ ਹੈ, ਕਹਿੰਦਾ ਭੈਣ ਜੀ ਮੈਂ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਮ ਜਾਨੋ ਨਿਰੇਨਾ। ਮੈਂ ਤਾਂ ਆਪਣੇ ਘਰ ਜਾ ਰਿਹਾ ਹਾਂ। ਨਿਭੈ ਸੰਗ ਨ ਤਿਨ ਕੋ ਮੁਝ ਤੇ। ਮੇਰੀ ਤਾਂ ਉਹਨਾਂ ਦੇ ਨਾਲ ਜਿਹੜੀ ਰਹਿਣ ਦੀ ਗੱਲਬਾਤ ਉਹ ਨਿਭ ਨਹੀਂ ਸਕਦੀ, ਕਲਾਬਾਨੇ ਉਤਾਰਾ। ਕਿਉਂਕਿ ਉਹ ਤਾਂ ਕਲਾਵਾਨ ਹੈ, ਸ਼ਕਤੀਆਂ ਦੇ ਸਮੇਤ ਅਵਤਾਰ ਰੂਪ ਹਨ। ਦੁਨੀਆ ਵਿੱਚ ਬਹੁਤ ਅਵਤਾਰ ਆਏ ਦੇਵੀ ਦੇਵਤਿਆਂ ਦੇ। ਕੋਈ ਸਾਧ ਸੰਗਤ ਜੀ 6 ਕਲਾ ਸੰਪੂਰਨ, ਕੋਈ 8 ਕਲਾ, ਕੋਈ 12 ਕਲਾ, ਕੋਈ 14 ਕਲਾ, ਕੋਈ 16 ਕਲਾ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੰਤ ਸ਼ਕਤੀਆਂ ਦੇ ਮਾਲਕ ਹੈ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਤਾਂ ਬੜੇ ਸ਼ਕਤੀਸ਼ਾਲੀ ਅਵਤਾਰ ਹਨ। ਉਹਨਾਂ ਦੇ ਵਰਗਾ ਕੋਈ ਸਮਰੱਥਾਵਾਨ ਹੋਵੇ ਉਹੀ ਉਹਨਾਂ ਨਾਲ ਰਹਿ ਸਕਦਾ ਹੈ। ਕਿਉਂਕਿ ਸਤਿਗੁਰੂ ਸਾਹਿਬ ਜੀ ਤਾਂ ਭੋਜਨ ਪ੍ਰਸ਼ਾਦਾ ਕਦੇ ਛਕਦੇ ਨਹੀਂ। ਤੇ ਮੈਂ ਤਾਂ ਉਹਨਾਂ ਦਾ ਵਚਨ ਮੰਨ ਕੇ ਭੈਣ ਜੀ ਆ ਤੁਹਾਡੇ ਘਰ ਰਬਾਬ ਰੱਖਣ ਆਇਆ ਹਾਂ। ਤੇ ਬਾਕੀ ਤੁਸੀਂ ਜੇ ਕੋਈ ਸੁਨੇਹਾ ਦੇਣਾ, ਮੈਂ ਤਲਵੰਡੀ ਨੂੰ ਚੱਲਿਆ, ਤੁਹਾਡੇ ਮਾਤਾ ਪਿਤਾ ਜੀ ਨੂੰ ਮੈਂ ਦੱਸ ਦੇਵਾਂਗਾ, ਸੁਨੇਹਾ ਦੇ ਦਿਓ। ਮੈਂ ਤਲਵੰਡੀ ਜਾਣ ਵਾਸਤੇ ਤਿਆਰੀ ਕਰ ਰੱਖੀ ਹੈ। ਜਦੋਂ ਆਹ ਵਚਨ ਭਾਈ ਮਰਦਾਨੇ ਆਖਿਆ, ਭੈਣ ਨਾਨਕੀ ਦੇ ਨਾ ਇਹ ਵਚਨ ਸੁਣ ਕੇ ਭਾਈ ਮਰਦਾਨੇ ਕੋਲੋਂ ਨੇਤਰਾਂ ਵਿੱਚ ਨੀਰ ਵਹਿਣ ਲੱਗ ਪਿਆ। ਜਲ ਦੀਆਂ ਬੂੰਦਾਂ, ਹੰਝੂ ਜਿਹੜੇ ਆ ਧਰਤੀ ਉੱਤੇ ਡਿੱਗੇ। ਹੌਸਲਾ ਛੱਡ ਦਿੱਤਾ ਭੈਣ ਨਾਨਕੀ ਨੇ ਤੇ ਹਿਰਦੇ ਦੇ ਵਿੱਚ ਬਹੁਤੀ ਜਿਹੜੀ ਇਹ ਪੀੜਾ ਆ ਗਈ। ਖੁਸ਼ੀ ਜਿਹੜੀ ਸੀ ਉਹ ਉੱਡ ਗਈ, ਸੁੱਖ ਨਹੀਂ ਹੈ। ਭੈਣ ਨਾਨਕੀ ਦੁਖੀ ਹੋ ਗਏ। ਜਿਹੜਾ ਸਾਰਾ ਸਰੀਰ ਆ ਨਾ ਸਾਧ ਸੰਗਤ ਜੀ, ਉਹ ਜਿਹੜਾ ਸਨੇਹ ਦਾ ਮੋਹ ਦਾ ਸਾਗਰ ਹੈ ਉਹਦੇ ਵਿੱਚ ਮਗਨ ਹੋ ਗਿਆ, ਮੋਹ ਦੇ ਸਾਗਰ ਵਿੱਚ ਡੁੱਬ ਗਿਆ। ਗਿਆਨ ਰੂਪੀ ਕਿਨਾਰਾ ਨਹੀਂ ਪਾ ਰਿਹਾ, ਮੋਹ ਦੇ ਵਿੱਚ ਹੀ ਗੋਤੇ ਖਾਈ ਜਾ ਰਹੇ ਆ ਭੈਣ ਨਾਨਕੀ ਦਾ ਮਨ। ਕਿਨਾਰਾ, ਗਿਆਨ ਰੂਪੀ ਕਿਨਾਰਾ ਨਹੀਂ ਮਿਲ ਰਿਹਾ। ਕਿਉਂਕਿ ਜਦੋਂ ਸਾਧ ਸੰਗਤ ਜੀ ਮੋਹ ਰੂਪੀ ਸਾਗਰ ਦੇ ਵਿੱਚ ਕੋਈ ਡੁੱਬਦਾ ਨਾ, ਗਿਆਨ ਤੋਂ ਬਿਨਾਂ ਉਹਦਾ ਪਾਰ ਉਤਾਰਾ ਨਹੀਂ। ਗਿਆਨ ਰੂਪੀ ਕਿਨਾਰਾ ਹੋਏਗਾ ਨਾ, ਗਿਆਨ ਪੈਦਾ ਹੋਏਗਾ ਤਾਂ ਹੀ ਮੋਹ ਦੂਰ ਹੋਵੇਗਾ। ਗਿਆਨ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਰਹਿਰਾਸ ਸਾਹਿਬ ਦੀ ਬਾਣੀ ਆਪਾਂ ਹੁਣੇ ਬਾਬਾ ਜੀ ਤੋਂ ਸੁਣੀ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੋਹ ਇਹੋ ਜਿਹਾ ਡੂੰਘਾ ਚਿੱਕੜ ਹੈ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਇਹੋ ਜਿਹੀ ਦਲਦਲ ਹੈ, ਕਹਿੰਦੇ ਇਹਦੇ ਵਿੱਚ ਅਸੀਂ ਦੇਖਿਆ ਜਿਹਦੇ ਵੀ ਪੈਰ ਪੈ ਗਏ ਨਾ, ਗਾਹ ਨਹੀਂ ਤੁਰ ਸਕਦਾ, ਉਹ ਡੁੱਬ ਹੀ ਜਾਂਦਾ। ਔਰ ਇੱਥੇ ਜਿਹੜਾ ਪਾਠ ਹੈ ਪੰਕ ਜੋ ਮੋਹ, ਅਲੱਗ ਕਰਨਾ, ਪੰਕਜ ਪਾਠ ਇਕੱਠਾ ਨਹੀਂ ਕਰਨਾ। ਸੰਪਰਦਾਇ ਦਾ ਜਿਹੜਾ ਪਾਠ ਹੈ ਪੰਕ ਨਾਮ ਚਿੱਕੜ ਦਾ, ਚਿੱਕੜ ਰੂਪੀ ਜੋ ਮੋਹ ਹੈ, ਇਹਦਾ ਇਹ ਅਰਥ ਬਣਦਾ।
ਪੰਕਜ ਨਾਮ ਫਿਰ ਕਮਲ ਦਾ ਬਣ ਜਾਂਦਾ। ਕਮਲ ਦਾ ਵਾਚਕ ਨਹੀਂ, ਚਿੱਕੜ ਦਾ ਵਾਚਕ ਹੈ। ਇਸ ਕਰਕੇ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗਿਆਂ ਧਿਆਨ ਦੇਣਾ ਹੈ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਐ। ਸੋ ਇਸ ਪ੍ਰਕਾਰ ਮੋਹ ਰੂਪੀ ਸਾਗਰ ਦੇ ਵਿੱਚ ਭੈਣ ਨਾਨਕੀ ਦਾ ਜਿਹੜਾ ਮਨ ਹੈ ਉਹ ਗੋਤੇ ਖਾ ਰਿਹਾ ਹੈ। ਸਰੀਰ ਦੀ ਹਾਲਤ ਐਸੀ ਹੋ ਗਈ ਹੈ, ਗਿਆਨਵਾਨ ਹਨ ਪਰ ਗਿਆਨ ਦੇ ਕਿਨਾਰੇ ਦੇ ਨੇੜੇ ਨਹੀਂ ਪਹੁੰਚ ਰਹੇ, ਤੇ ਨਾ ਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਜਹਾਜ਼ ਵੱਤ ਹੈ ਉਹ ਨੇੜੇ ਹੈ। ਕਿਉਂਕਿ ਜੇ ਕੋਈ ਡੁੱਬਦਾ ਹੋਵੇ ਉਹਨੂੰ ਜਹਾਜ਼ ਮਿਲ ਜਾਏ, ਕੋਈ ਸਹਾਰਾ ਮਿਲ ਜਾਏ ਤੇ ਉਹ ਪਾਰ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜਹਾਜ਼ ਰੂਪੀ ਹੈ, ਸੰਸਾਰ ਨੂੰ ਤਾਰਨ ਵਾਸਤੇ ਆਏ ਹੈ, ਉਹ ਵੀ ਨੇੜੇ ਨਹੀਂ। ਜਿਨ੍ਹਾਂ ਦਾ ਆਸਰਾ ਪਾ ਕੇ ਤਰ ਜਾਵੇ। ਪਰ ਜਿਹੜੀ ਦਾਸੀ ਤੁਲਸਾ ਹੈ, ਨੌਕਰਾਣੀ ਹੈ ਘਰ ਦੇ ਵਿੱਚ, ਉਹ ਕਹਿੰਦੇ ਬੀਚੀ ਕੇ ਸਮ, ਜਿਵੇਂ ਤਰੰਗਾਂ ਹੁੰਦੀਆਂ ਨਾ, ਲਹਿਰਾਂ ਉੱਠਦੀਆਂ ਹਵਾ ਦੇ ਨਾਲ, ਹਵਾ ਦੇ ਵੇਗ ਨਾਲ ਪਾਣੀ ਉਛਲਦਾ। ਕੋਈ ਡੁੱਬਦਾ ਬੰਦਾ ਹੋਵੇ, ਕਈ ਵਾਰ ਲਹਿਰਾਂ ਵੀ ਬਚਾ ਦਿੰਦੀਆਂ, ਉੱਤੇ ਉੱਤੇ ਰੱਖਦੀਆਂ, ਬੰਦੇ ਨੂੰ ਡੁੱਬਣ ਨਹੀਂ ਦਿੰਦੀਆਂ। ਤੁਲਸਾ ਦਾਸੀ ਜਿਹੜੀ ਭੈਣ ਨਾਨਕੀ ਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਹੈ, ਉਹਦੇ ਬੋਲ ਜਿਹੜੇ ਉਹ ਤਰੰਗਾਂ ਵਾਂਗੂ ਹਨ। ਸੋ ਉੱਭਰਨ ਵਾਸਤੇ, ਮੋਹ ਦੇ ਸਮੁੰਦਰ ਵਿੱਚੋਂ ਨਿਕਲਣ ਵਾਸਤੇ ਥੋੜ੍ਹਾ ਬਹੁਤਾ ਧੀਰਜ ਦੇ ਰਹੀ ਹੈ। ਭੈਣ ਨਾਨਕੀ ਦਾ ਰੋਂਦਿਆਂ ਹੋਇਆਂ ਦਾ ਚਿਹਰਾ ਸਾਫ਼ ਕਰਦੀ ਹੈ ਕੱਪੜੇ ਦੇ ਨਾਲ, ਤੇ ਦਲਾਸੇ ਬੜੇ ਧਰਵਾਸੇ ਦੇ ਰਹੀ ਹੈ ਤੁਲਸਾ ਦਾਸੀ। ਅਨੇਕਾਂ ਪ੍ਰਕਾਰ ਦੇ ਯਤਨ ਕੀਤੇ, ਪਰ ਭੈਣ ਨਾਨਕੀ ਜੀ ਦਾ ਰੋਣਾ ਜਿਹੜਾ ਉਹ ਬੰਦ ਨਹੀਂ ਹੋਇਆ। ਭੈਣ ਨਾਨਕੀ ਚੁੱਪ ਨਾ ਕਰੇ। ਭਾਵੇਂ ਕਿ ਉਹ ਗਿਆਨਵਾਨ ਹੈ, ਉਹਨਾਂ ਨੂੰ ਪਤਾ ਹੈ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਸਰੂਪ ਹੈ, ਪਰ ਫਿਰ ਵੀ ਮੋਹ ਵਾਲਾ ਜਿਹੜਾ ਪਕਸ਼ ਹੈ ਉਹ ਇੰਨਾ ਪ੍ਰਬਲ ਹੋ ਗਿਆ ਵੀ ਗਿਆਨ ਵਾਲੇ ਕਿਨਾਰੇ ਪਾਸੇ ਭੈਣ ਨੂੰ ਜਾਣ ਨਹੀਂ ਦੇ ਰਿਹਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੀ ਮਹਿਮਾ, ਉਹ ਮਹਿਮਾ ਜਾਣ ਕੇ ਤੇ ਉਹਨਾਂ ਦੇ ਵਿਛੋੜੇ ਨੂੰ ਜਾਣ ਕੇ ਇਹ ਸੋਚ ਵਿਚਾਰ ਕਰਕੇ ਭੈਣ ਨਾਨਕੀ ਜੀ ਬੜੀ ਘਬਰਾਈ ਹੈ। ਇਹਨਾਂ ਦੇ ਪਤੀ, ਇਹਨਾਂ ਦੇ ਮਾਲਕ ਭਾਈ ਜੈ ਰਾਮ ਜੀ ਕਿਸੇ ਕੰਮ ਬਾਹਰ ਗਏ ਹੋਏ ਸਨ। ਉਸੇ ਵੇਲੇ ਜਦੋਂ ਉਹ ਘਰ ਪਹੁੰਚੇ ਤੇ ਇਹਨਾਂ ਨੂੰ ਰੋਂਦਿਆਂ ਹੋਇਆਂ ਨੂੰ ਦੇਖ ਕੇ ਆਪਣੀ ਪਤਨੀ ਬੇਬੇ ਨਾਨਕੀ ਨੂੰ ਭਾਈ ਜੈ ਰਾਮ ਜੀ ਬੜੇ ਹੈਰਾਨ ਹੋਏ ਤੇ ਪੁੱਛਦੇ ਆ ਤੁਲਸਾ ਦਾਸੀ ਨੂੰ, ਕਹਿੰਦੇ ਤੁਲਸਾ ਆ ਕਿਹੜਾ ਕੋਈ ਮਾੜਾ ਕੰਮ ਹੋ ਗਿਆ, ਖੋਟਾ ਕਰਮ ਹੋ ਗਿਆ? ਇਹ ਕਾਲੂ ਦੀ ਮਹਿਤਾ, ਕਾਲੂ ਦੀ ਪੁੱਤਰੀ ਮੇਰੀ ਪਤਨੀ ਨਾਨਕੀ ਇਹ ਰੋ ਰਹੀ ਹੈ। ਉਸ ਵੇਲੇ ਤੁਲਸਾ ਕਹਿਣ ਲੱਗੀ ਭਾਈ ਜੈ ਰਾਮ ਜੀ ਨੂੰ, ਕਹਿੰਦੀ ਮਾਲਕ ਜੀ ਜਿਹੜਾ ਭਾਈ ਮਰਦਾਨਾ ਨਾ ਸਤਿਗੁਰੂ ਜੀ ਦੇ ਨਾਲ ਰਹਿੰਦਾ ਸੀ, ਉਹ ਹੁਣ ਵਾਪਸ ਆਪਣੇ ਘਰ ਨੂੰ ਚੱਲਿਆ ਹੈ ਤੇ ਆਪਣੇ ਭਰਾ ਸਤਿਗੁਰੂ ਨਾਨਕ ਦੇਵ ਜੀ ਨੂੰ ਇਕੱਲੇ ਜਾਣ ਕੇ ਵਿਚਾਰ ਕੇ ਜਿਹੜੇ ਬੜੇ ਉਪਰਾਮ ਹੋਏ ਹਨ ਤੇ ਪਤਾ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਕਿੱਥੇ ਕਿੱਥੇ ਭਰਮਣ ਕਰਨਾ ਹੈ। ਇਉਂ ਸੋਚ ਵਿਚਾਰ ਕਰਕੇ ਉਹਨਾਂ ਦੇ ਵਿਛੋੜੇ ਦਾ ਦੁੱਖ ਮੰਨ ਰਹੀ ਹੈ। ਇਹ ਭਾਈ ਮਰਦਾਨਾ ਆ ਜਿਹੜੀ ਰਬਾਬ ਸਤਿਗੁਰੂ ਨੇ ਮੰਗਾਈ ਸੀ ਨਾ, ਇਹ ਰੱਖਣ ਵਾਸਤੇ ਸਾਡੇ ਘਰ ਆਇਆ ਹੈ। ਤੇ ਇਹਨਾਂ ਦੇ ਜਾਣ ਦਾ ਵਚਨ ਸੁਣ ਕੇ, ਸਤਿਗੁਰੂ ਤੋਂ ਪਾਸੇ ਹੋਣ ਦਾ ਵਚਨ ਸੁਣ ਕੇ ਭੈਣ ਨਾਨਕੀ ਜੀ ਰੋਣ ਲੱਗ ਪਏ। ਉਸ ਵੇਲੇ ਜੈ ਰਾਮ ਜੀ ਕਹਿਣ ਲੱਗੇ, ਕਹਿੰਦੇ ਵੀ ਭਾਈ ਮਰਦਾਨਾ ਜਿਵੇਂ ਰਹਿ ਜਾਵੇ ਇੱਥੇ, ਆ ਜਿਸ ਤਰੀਕੇ ਉਹ ਰਹਿ ਜਾਈਏ ਆਪਾਂ ਉਹ ਤਰੀਕਾ ਵਰਤ ਲੈਂਦੇ ਹਾਂ, ਇਹਨੂੰ ਆਪਾਂ ਇੱਥੇ ਰੱਖ ਲਈਏ, ਇਹ ਘਰ ਨੂੰ ਨਾ ਜਾਵੇ। ਤੇ ਫਿਰ ਕਹਿੰਦੇ ਕਿਉਂ ਉਦਾਸੀ ਹੋਵੇਗੀ, ਕਿਉਂ ਹਿਰਦੇ ਦੇ ਵਿੱਚ ਦੁੱਖ ਹੋਵੇਗਾ? ਉਸ ਵੇਲੇ ਬੇਬੇ ਨਾਨਕੀ ਜੀ ਆਪਣੇ ਪਤੀ ਨੂੰ ਕਹਿਣ ਲੱਗੇ, ਹੇ ਸ੍ਰੇਸ਼ਟ ਦੇ ਪੁੱਤਰ, ਜੇਕਰ ਭਾਈ ਮਰਦਾਨਾ ਮੇਰੇ ਭਰਾ ਸਤਿਗੁਰੂ ਨਾਨਕ ਦੇਵ ਜੀ ਦੇ ਕੋਲ ਰਹੇ, ਉਹ ਪਰਚੇ ਰਹਿਣਗੇ, ਇਹਦੇ ਨਾਲ ਉਹਨਾਂ ਦਾ ਮਨ ਖੁਸ਼ ਰਹੇਗਾ, ਜਿਸ ਕਰਕੇ ਉਹ ਕਿਤੇ ਦੂਰ ਨਹੀਂ ਜਾਣਗੇ।
ਹੋਏ ਉਦਾਸੁ। ਨਹੀਂ ਤਾਂ ਉਹ ਫੇਰ ਉਦਾਸ ਹੋ ਜਾਣਗੇ, ਉਪਰਾਮ ਹੋ ਜਾਣਗੇ। ਨਿਰਗੁਰੈ ਗਿਆਨਨ ਅਰਵਿੰਦਾ। ਔਰ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਮਲ ਮੁਖ ਵਾਲੇ ਨੇੜੇ ਰਹਿੰਦੇ ਹਨ ਕਬ ਕਬਾਂ ਪਰੰਤੁ। ਤੇ ਕਦੇ ਕਦੇ ਮੈਂ ਵੀ ਉਹਨਾਂ ਦੇ ਮੁਖ ਦੇ ਦਰਸ਼ਨ ਕਰ ਲੈਂਦੀ ਹਾਂ। ਜਾਏ ਕਦੇਸ਼ ਨਾ ਦੀਸੈ ਮੋਹ। ਜੇ ਉਹ ਵਿਦੇਸ਼ ਚਲੇ ਜਾਣਗੇ, ਦੂਰ ਚਲੇ ਜਾਣਗੇ ਇਲਾਕਿਆਂ ਦੇ ਵਿੱਚ, ਤੇ ਫਿਰ ਤਾਂ ਮੈਨੂੰ ਵੀ ਦਰਸ਼ਨ ਨਹੀਂ ਹੋਣਗੇ। ਮਨ ਲਖਿਓ ਬਿਲਖੰਤੋ। ਕਿਉਂ ਮਨ ਦੇ ਵਿੱਚ ਸੋਚ ਕੇ ਮੈਂ ਦੁਖੀ ਹੋ ਰਹੀ ਹਾਂ। ਕਹਿ ਜੈ ਰਾਮ ਨਾਨਕ ਪਰ ਨਿਰਚਾ। ਭਾਈ ਜੈ ਰਾਮ ਜੀ ਕਹਿਣ ਲੱਗੇ ਆਪਣੀ ਪਤਨੀ ਨੂੰ, ਕਹਿੰਦੇ ਨਾਨਕੀ ਤੇਰਾ ਤਾਂ ਸਤਿਗੁਰੂ ਨਾਨਕ ਦੇਵ ਜੀ ਦੇ ਉੱਤੇ ਅਟੁੱਟ ਵਿਸ਼ਵਾਸ ਹੈ ਔਰ ਦਿਲ ਸਰ ਤੇਰੇ। ਔਰ ਤੇਰੇ ਮਨ ਦੇ ਵਿੱਚ ਤਾਂ ਬਿਲਕੁਲ ਇਹ ਸਥਿਰਤਾ, ਜਿਵੇਂ ਪਹਾੜ ਸਥਿਰ ਹੁੰਦਾ ਨਾ, ਇੱਕ ਤਾਂ ਖੜਾ ਰਹਿੰਦਾ ਡੋਲਦਾ ਨਹੀਂ, ਇਉਂ ਤੇਰਾ ਮਨ ਤਾਂ ਸਤਿਗੁਰੂ ਦੇ ਚਰਨਾਂ ਦੇ ਪਿਆਰ ਵਿੱਚ ਟਿਕਿਆ ਹੋਇਆ ਹੈ। ਬ੍ਰਹਮ ਬੱਜਰ ਤੇ ਥਲ ਹਰ ਡੋਲਿਓ। ਪਰ ਆ ਭਰਮ ਰੂਪੀ ਬੱਜਰ ਸ਼ਾਸਤਰ ਕਿਵੇਂ ਤੇਰੇ ਮਨ ਵਿੱਚ ਲੱਗ ਗਿਆ, ਜਿਹਦੇ ਨਾਲ ਤੇਰਾ ਹਿਰਦਾ ਡੋਲ ਗਿਆ। ਧੀਰ ਨਸੀ ਇਹ ਮੇਰੇ। ਇਸ ਵੇਲੇ ਤਾਂ ਤੇਰਾ ਜਿਹੜਾ ਹੌਸਲਾ ਉਹ ਨੱਸ ਗਿਆ ਹੈ। ਨਿਤਾ ਪ੍ਰਤੀ ਮੁਝ ਕੋ ਸਮਝਾਵਤ। ਤੂੰ ਤਾਂ ਨਿਤਾ ਪ੍ਰਤੀ ਮੈਨੂੰ ਸਮਝਾਉਂਦੀ ਸੀ, ਆਪਿਓ ਮੈਂ ਭਰਤੀ। ਤੇ ਤੂੰ ਕਿਉਂ ਆਪਣੇ ਹਿਰਦੇ ਵਿੱਚ ਭਰਮ ਭੁਲੇਖਾ ਪਾਲ ਲਿਆ। ਸ੍ਰੀ ਨਾਨਕ ਅਵਲੰਬ ਸਦਾ ਨਿਜ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਸਦਾ ਹੀ ਆਸਰਾ ਹੈ। ਲਬੈ ਸੋ ਤਿਨ ਕੈ ਮਰਨੀ। ਸੋ ਉਹਨਾਂ ਦੇ ਭੇਦ ਨੂੰ ਤੂੰ ਜਾਣਦੀ ਹੈ। ਪੁਨ ਮਰਦਾਨਾ ਜਾਸੈ ਜੈਸੇ ਰੈਪੁਰ। ਬਾਕੀ ਬਈ ਮਰਦਾਨਾ ਜਿਵੇਂ ਆ ਸੁਲਤਾਨਪੁਰ ਵਿੱਚ ਰਹੇ, ਐਸੇ ਕਰੋ ਪਾਈ। ਹੁਣ ਆਹ ਬਾਕੀ ਗੱਲਾਂ ਛੱਡੋ, ਆਪਾਂ ਨੂੰ ਉਹ ਉਪਾਅ ਕੋਈ ਯਤਨ ਕਰਨਾ ਚਾਹੀਦਾ ਹੈ। ਐਸੇ ਹਿਰਦੈ ਦਾਸ ਭਇਓ ਹੈ। ਕਿਵੇਂ ਹਿਰਦਾ ਜਿਹੜਾ ਇਹਦਾ ਉਦਾਸ ਹੋਇਆ, ਕਿਉਂ ਉਪਰਾਮ ਹੋ ਗਿਆ, ਕਿਉਂ ਆਪਣੇ ਘਰ ਜਾਣਾ ਚਾਹੁੰਦਾ ਹੈ। ਜੋ ਤਲਵੰਡੀ ਜਾਈ। ਸੁਲਤਾਨਪੁਰ ਨੂੰ ਛੱਡ ਕੇ, ਗੁਰੂ ਨਾਨਕ ਨੂੰ ਛੱਡ ਕੇ ਤਲਵੰਡੀ ਕਿਉਂ ਜਾਣਾ ਇਹਨੇ। ਪੰਦਨਾ ਕੀ ਬੂਝੋ ਤੇਸ। ਭੈਣ ਨਾਨਕੀ ਜੀ ਕਹਿੰਦੇ ਇਸ ਭਾਈ ਮਰਦਾਨੇ ਤੋਂ ਹੀ ਪੁੱਛ ਲਓ, ਕਿਉ ਦਲਗੀਰ ਭਇਓ ਹੈ। ਕਿਉਂ ਇਹਦਾ ਮਨ ਜਾ ਡੋਲ ਗਿਆ, ਦਲਗੀਰ ਹੋਇਆ ਹੈ। ਜੈ ਜੈ ਰਾਮ ਸੁਣੀਏ ਮਰਦਾਨਾ। ਭਾਈ ਜੈ ਰਾਮ ਜੀ ਕਹਿੰਦੇ ਭਾਈ ਮਰਦਾਨਾ ਜੀ ਸੁਣੋ, ਕਿਉ ਤੁਮ ਚਰਨ ਰਟਿਓ ਹੈ। ਕਹਿੰਦੇ ਤੁਸੀਂ ਕਿਉਂ ਇੱਥੋਂ ਚੱਲਣਾ ਚਾਹੁੰਦੇ ਹੋ, ਕਿਉਂ ਜਾਣਾ ਚਾਹੁੰਦੇ ਹੋ ਸੁਲਤਾਨਪੁਰੋਂ। ਸ੍ਰੀ ਨਾਨਕ ਬੋਹਿਤ ਤੋ ਪਰ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੁਹਾਡੇ ਨਾਲ ਬਹੁਤ ਪਿਆਰ ਹੈ। ਐਸੇ ਭਈ ਵਿਚਾਰਾ। ਤੇ ਕਿਉਂ ਇਹ ਤੇਰੇ ਮਨ ਵਿੱਚ ਇਹੋ ਜਿਹੀ ਵਿਚਾਰ ਆ ਗਈ ਉਹਨਾਂ ਨੂੰ ਛੱਡ ਕੇ ਚਲਿਆ ਜਾਵਾਂ। ਕਰੋ ਸੰਗ ਨਾ ਕਰੋ ਬਿਆਨਾ। ਅਸੀਂ ਤਾਂ ਇਹੀ ਕਹਿੰਦੇ ਆ ਵੀ ਤੁਸੀਂ ਉਹਨਾਂ ਦੇ ਨਾਲ ਰਹੋ, ਜਾਓ ਨਾ। ਕੌਣ ਲਿਓ ਨਾ ਹਵਾਰਾ। ਤੇ ਇਹਨਾਂ ਨੂੰ ਛੱਡ ਕੇ ਤੁਸੀਂ ਜਾਓ ਨਾ ਕਿਸੇ ਪਾਸੇ। ਕੀ ਲੋੜ ਹੈ ਤੁਹਾਨੂੰ ਇਹਨਾਂ ਨੂੰ ਛੱਡ ਕੇ ਜਾਣ ਦੀ, ਹਮੇਸ਼ਾ ਉਹਨਾਂ ਦੇ ਕੋਲ ਹੀ ਰਹੋ ਜਲਦੀ ਨਾਲ। ਸੁਣ ਜੈ ਰਾਮ ਤਨ ਸੰਗ ਨਾ ਮਿਟੈ। ਸੋ ਭਾਈ ਜੈ ਰਾਮ ਜੀ ਤੋਂ ਇਹ ਬਚਨ ਸੁਣ ਕੇ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਜੈ ਰਾਮ ਜੀ ਸੁਣੋ, ਉਹਨਾਂ ਦੇ ਨਾਲ ਮੇਰਾ ਨਿਰਵਾਹ ਨਹੀਂ ਹੁੰਦਾ। ਕਲਾਵਾਨ ਅਵਤਾਰ। ਕਿਉਂਕਿ ਮੈਂ ਇੱਕ ਆਮ ਮਨੁੱਖ ਹਾਂ ਤੇ ਉਹ ਕਲਾਵਾਨ ਅਵਤਾਰ ਹਨ, ਸ਼ਕਤੀਆਂ ਦੇ ਮਾਲਕ ਅਵਤਾਰ ਹਨ। ਕਿਉਂਕਿ ਸਤਿਗੁਰੂ ਜੀ ਸਾਧ ਸੰਗਤ ਜੀ ਆਮ ਮਨੁੱਖ ਥੋੜ੍ਹੇ ਹੀ ਹੈ। ਆਮ ਆਪਾਂ ਅਣਜਾਣਪੁਣੇ ਦੇ ਵਿੱਚ, ਜਾਂ ਕਈ ਵਾਰ ਸਾਡੇ ਜਿਹੜੇ ਪ੍ਰਚਾਰਕ ਕਈ ਆਪਣੇ ਆਪ ਨੂੰ ਬਹੁਤੇ ਅਗਾਂਹ ਵਧੂ, ਫਾਰਵਰਡ ਕਹਾਉਣ ਵਾਲੇ, ਅਪਗ੍ਰੇਡ ਕਹਾਉਣ ਵਾਲੇ, ਉਹ ਸਤਿਗੁਰੂ ਸਾਹਿਬਾਨ ਜੀ ਨੂੰ ਵੀ ਨਾ ਆਮ ਮਨੁੱਖਾਂ ਵਰਗੇ ਗਿਣਦੇ, ਆਮ ਬੰਦਿਆਂ ਵਰਗੇ ਸਮਝ ਕੇ ਉਹਨਾਂ ਦੀ ਬਾਬਤ ਵਿਚਾਰਾਂ ਕਰਦੇ ਆ। ਇਹ ਬਹੁਤ ਵੱਡਾ ਪਾਪ ਹੈ ਸਤਿਗੁਰੂ ਨੂੰ ਆਮ ਮਨੁੱਖ ਸਮਝਣਾ। ਗੁਰੂ ਕੀ ਬਾਣੀ ਦੇ ਬਚਨ ਹਨ, ਮਾਨੁਖ ਕਾ ਕਰ ਰੂਪ ਨਾ ਜਾਣ। ਸਤਿਗੁਰੂ ਨੂੰ ਮਨੁੱਖ ਦਾ ਰੂਪ ਕਰਕੇ ਨਾ ਜਾਣੀਏ ਕਦੇ, ਉਹਨਾਂ ਦੇ ਉੱਤੇ ਪਰਮੇਸ਼ਰ ਰੂਪ ਕਰਕੇ ਸ਼ਰਧਾ ਭਾਵਨਾ ਰੱਖੀ। ਭਾਈ ਮਰਦਾਨਾ ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਉਹ ਤਾਂ ਕਲਾਵਾਨ ਅਵਤਾਰ ਹਨ ਰੱਬ ਦੇ। ਲਗੀ ਸਮਾਧ ਤੀਨ ਦਿਨ ਬੀਤੇ। ਕਹਿੰਦੇ ਸੁਣੋ 3 ਦਿਨ ਹੋ ਗਏ ਉਹਨਾਂ ਦੀ ਸਮਾਧੀ ਲੱਗੀ ਹੋਈ ਸੀ। ਉਹ ਤਾਂ ਸਮਾਧੀ ਸਥਿਤ ਹੋ ਗਏ, ਮੈਂ ਉੱਥੇ ਭੁੱਖਾ ਮਰ ਗਿਆ, ਮੇਰੇ ਹੱਥ ਭੋਜਨ ਨਹੀਂ ਆਇਆ। ਸਤਿਗੁਰੂ ਜੀ ਤਾਂ ਨਿਰੰਕਾਰੀ ਹੈ, ਉਹਨਾਂ ਨੂੰ ਤਾਂ ਕਿਸੇ ਪ੍ਰਕਾਰ ਦੀ ਭੁੱਖ ਤੇ ਨਹੀਂ ਹੈ। ਤੇ ਮੈਨੂੰ ਤਾਂ ਨਿੱਤਾ ਪ੍ਰਤੀ ਭੋਜਨ ਚਾਹੀਦਾ ਨਾ, ਮੈਂ ਤਾਂ ਆਮ ਮਨੁੱਖ ਹੈ। ਕਈ ਵਾਰ ਆਪਾਂ ਗੱਲਾਂ ਸੁਣਦੇ ਆ ਜੀ, ਜਿਹੜਾ ਨਾਮ ਸਿਮਰਨ ਦੇ ਨਾਲ ਹੀ ਜਿਹੜਾ ਇਹ ਕੱਟ ਲੈਣਾ ਚਾਹੀਦਾ, ਤੇ ਇਸ ਕਰਕੇ ਸਰੀਰਕ ਭੁੱਖ ਤੇ ਹੈ ਉਹ ਕੋਈ ਮਾਇਨੇ ਨਹੀਂ ਰੱਖਦੀ। ਇਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਵਾਸਤੇ ਤਾਂ ਠੀਕ ਹੈ, ਕਿਸੇ ਉੱਚ ਅਵਸਥਾ ਵਾਲੇ ਵਾਸਤੇ ਤਾਂ ਠੀਕ ਹੈ, ਪਰ ਜਿਹੜੇ ਆਪਾਂ ਆਮ ਮਨੁੱਖ ਹੈ, ਆਪਾਂ ਸਾਧ ਸੰਗਤ ਜੀ ਜਿਹੜੀ ਭਜਨ ਦੀ ਖੁਰਾਕ ਆ, ਉਹ ਸਾਡੇ ਮਨ ਨੂੰ ਤਾਂ ਤ੍ਰਿਪਤ ਕਰੇਗੀ, ਮਨ ਦੀ ਖੁਰਾਕ ਹੈ।
ਪਰ ਸਰੀਰ ਨੂੰ ਤਾਂ ਭੋਜਨ ਚਾਹੀਦਾ ਹੀ ਆ ਨਾ। ਇਸ ਕਰਕੇ ਸਰੀਰ ਨੂੰ ਜਿਹੜਾ ਭੋਜਨ ਚਾਹੀਦਾ ਉਹਦੇ ਨਾਲ ਹੀ ਇਹ ਸਰੀਰ ਚੱਲਣਾ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਇਹ ਦੇਹੀ ਦੀ ਪਾਲਣਾ ਕਰ, ਭੋਜਨ ਪ੍ਰਸ਼ਾਦਾ ਇਹਨੂੰ ਲੋੜ ਜੋਗਾ ਦੇ, ਫੇਰ ਹੀ ਵਾਹਿਗੁਰੂ ਦਾ ਸਿਮਰਨ ਕਰੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਬਤ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਾਂ ਕੋਈ ਭੁੱਖ ਤੇ ਵਿਆਪਦੀ ਨਹੀਂ। ਨਗਰ ਨਦ ਮੁਜਨੀ ਸੰਦੇਸ਼ਾ ਸੰਦੇਹਾ। ਤੇ ਨਗਰ ਦੇ ਵਿੱਚ ਜੇ ਸ਼ਹਿਰ ਦੇ ਵਿੱਚ ਰਹਿਣ ਫਿਰ ਤਾਂ ਕਹਿੰਦੇ ਮੈਨੂੰ ਕੋਈ ਸੰਦੇਹ ਨਹੀਂ, ਕੋਈ ਸ਼ੱਕ ਨਹੀਂ ਹੈ। ਕਾਨਨ ਕਹਤੇ ਖਾਮੋ। ਪਰ ਜੇ ਮੈਨੂੰ ਰੱਖਣਾ ਹੀ ਜੰਗਲਾਂ ਦੇ ਵਿੱਚ ਆ ਉਹਨਾਂ ਨੇ, ਫਿਰ ਕਹਿੰਦੇ ਮੈਂ ਉੱਥੇ ਜੰਗਲਾਂ ਵਿੱਚ ਕਿੱਥੇ ਭੋਜਨ ਮਿਲਦਾ ਹੈ, ਕਿਹੜੀ ਉੱਥੇ ਮਾਂ ਬੈਠੀ ਪ੍ਰਸ਼ਾਦੇ ਲਾਉਂਦੀ ਹੈ, ਕਿਹੜੀ ਘਰ ਵਾਲੀ ਨੇ ਪਰੌਂਠੇ ਲਾ ਕੇ ਦੇਣੇ ਆ, ਉੱਥੇ ਜੰਗਲਾਂ ਵਿੱਚ ਕੀ ਖਾਵਾਂਗਾ। ਹਰੀ ਛੰਦ ਸੁਣੀਏ ਮਰਦਾਨਾ ਕਰ ਗੁਜਰਨਾ। ਉਸ ਵੇਲੇ ਭਾਈ ਜੈ ਰਾਮ ਜੀ ਕਹਿੰਦੇ ਭਾਈ ਮਰਦਾਨਾ ਜੀ ਸੁਣੋ, ਇਉਂ ਤੁਸੀਂ ਆਪਣਾ ਗੁਜ਼ਾਰਾ ਕਰ ਸਕਦੇ ਹੋ। ਹੋਏ ਤੁਮਾਰ। ਹਾਂ, ਜਿਵੇਂ ਤੇਰਾ ਗੁਜ਼ਾਰਾ ਹੋ ਸਕਦਾ ਇਹ ਤੈਨੂੰ ਮੈਂ ਦੱਸਦਾ। ਕਹਿੰਦੇ ਤੁਸੀਂ ਤੇ ਸਤਿਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿੱਚ ਹੀ ਰਹੋ। ਜੇ ਜੰਗਲ ਵਿੱਚ ਵੀ ਰਹਿਣਾ ਨੇੜੇ ਹੀ ਹੈ ਉੱਥੇ ਰਹਿਣ, ਪਰ ਤੂੰ ਘਰ ਆ ਕੇ ਦੋਵੇਂ ਟਾਈਮ ਭੋਜਨ ਪ੍ਰਸ਼ਾਦਾ ਛਕ ਜਾਇਆ ਕਰ। ਦੋਵੇਂ ਕਾਲ ਦਾ ਦੋਵੇਂ ਸਮਿਆਂ ਦਾ ਭੋਜਨ ਤਿਆਰ ਹੋਇਆ ਕਰੇਗਾ, ਇੱਥੇ ਛਕ ਲਿਆ ਕਰ। ਜਿਵੇਂ ਕਹਿੰਦੇ ਤੂੰ ਆਇਆ ਕਰੇਗਾ ਤੇ ਆ ਕੇ ਕਹਿੰਦੇ ਭੋਜਨ ਪ੍ਰਸ਼ਾਦਾ ਛਕ ਲਿਆ ਕਰ। ਜੇ ਕਿਤੇ ਤੁਸੀਂ ਬਾਹਰ ਜਾਣਾ ਹੋਇਆ, ਦੂਰ ਜਾਣਾ ਹੋਇਆ, ਫਿਰ ਕਹਿੰਦੇ ਆਪਣੇ ਹੱਥ ਧਨ ਲੈ ਜਾਓ, ਅਸੀਂ ਤੁਹਾਨੂੰ ਧਨ ਵੀ ਦੇਵਾਂਗੇ। ਤੇ ਉਹ ਧਨ ਦੇ ਨਾਲ ਪੈਸੇ ਮਾਇਆ ਰੁਪਈਆਂ ਨਾਲ ਤੂੰ ਖਰੀਦ ਕੇ ਭੋਜਨ ਛਕ ਲਿਆ ਕਰੀ। ਨਾ ਕਰੋ ਧਿਆਨਾ ਰਹੋ ਏ ਥਾਨਾ। ਇਸ ਕਰਕੇ ਕਹਿੰਦੇ ਹੁਣ ਤੁਸੀਂ ਜਾਓ ਨਾ, ਇਸੇ ਥਾਂ ਰਹੋ। ਨਾਨਕ ਬਿਦ ਹਰ ਖਾਓ। ਗੁਰੂ ਨਾਨਕ ਦੇਵ ਜੀ ਦੇ ਕੋਲ ਰਹੋ ਖੁਸ਼ ਹੋ ਕੇ। ਸੁਣ ਕਰ ਮਰਦਾਨਾ ਉਰ ਹਰ ਖਾਨਾ। ਜਦੋਂ ਭਾਈ ਮਰਦਾਨੇ ਨੇ ਸੁਣਿਆ ਵੀ ਭੋਜਨ ਪ੍ਰਸ਼ਾਦੇ ਦਾ ਤਾਂ ਪ੍ਰਬੰਧ ਹੋ ਗਿਆ, ਮਨ ਵਿੱਚ ਬੜਾ ਖੁਸ਼ ਹੋਇਆ। ਵਿਚਾਰ ਕਰ ਲਿਆ ਵੀ ਹੁਣ ਮੈਂ ਇੱਥੇ ਰਹਾਂਗਾ। ਕਹਿਣ ਲੱਗਾ ਜੀ ਜਿਵੇਂ ਤੁਸੀਂ ਕਹਿ ਦਿੱਤਾ ਉਹ ਮੈਂ ਮੰਨ ਲਿਆ। ਹੁਣ ਮੈਂ ਆਪਣੇ ਘਰ ਨਹੀਂ ਜਾਵਾਂਗਾ। ਉਹ ਰਾਤ ਹੋਈ, ਉਸ ਰਾਤ ਭਾਈ ਮਰਦਾਨਾ ਜੀ ਨੇ ਭੈਣ ਨਾਨਕੀ ਦੇ ਘਰ ਟਿਕਾਣਾ ਕੀਤਾ। ਭੈਣ ਨਾਨਕੀ ਜੀ ਵੀ ਬਹੁਤ ਖੁਸ਼ ਹੋ ਗਏ। ਜਿਵੇਂ ਸਾਧ ਸੰਗਤ ਜੀ ਕੋਈ ਗ੍ਰਹਿ ਕਲੇਸ਼ ਆ ਪਵੇ ਨਾ ਕਿਸੇ ਦੇ ਉੱਤੇ ਤੇ ਉਹ ਦੂਰ ਹੋ ਜਾਵੇ। ਤੇ ਜਦੋਂ ਟਲ ਜਾਂਦਾ ਹੈ, ਹਿਰਦੇ ਦੀ ਪੀੜਾ ਦੂਰ ਹੋ ਜਾਂਦੀ ਹੈ। ਇਉਂ ਭੈਣ ਨਾਨਕੀ ਨੇ ਵੀ ਸੋਚਿਆ ਵੀ ਕੱਲ ਤਾਂ ਕੋਈ ਗ੍ਰਹਿ ਆ ਗਿਆ ਸੀ, ਮੇਰੇ ਭਰਾ ਨੂੰ ਛੱਡ ਕੇ ਭਾਈ ਮਰਦਾਨਾ ਚੱਲਿਆ ਸੀ, ਹੁਣ ਇਹਨੇ ਰਹਿਣਾ ਪ੍ਰਵਾਨ ਕਰ ਲਿਆ, ਇਸ ਕਰਕੇ ਵਿਪਤਾ ਟਲ ਗਈ ਹੈ। ਸਵੇਰ ਹੋਈ ਤੇ ਮਰਦਾਨਾ ਜੀ ਬੋਲੇ ਕਿ ਮੈਂ ਹੁਣ ਸਤਿਗੁਰੂ ਨਾਨਕ ਦੇਵ ਜੀ ਦੇ ਕੋਲ ਜਾਵਾਂਗਾ। ਉਸ ਵੇਲੇ ਭੈਣ ਨਾਨਕੀ ਜੀ ਕਹਿਣ ਲੱਗੇ ਭਾਈ ਮਰਦਾਨੇ ਭੁੱਖਾ ਨਾ ਜਾ, ਰੁਕ ਜਾ, ਮੈਂ ਭੋਜਨ ਪ੍ਰਸ਼ਾਦਾ ਤਿਆਰ ਕਰਦੀ ਹਾਂ। ਛਕ ਕੇ ਭੁੱਖ ਦੂਰ ਕਰਕੇ ਫੇਰ ਚਲੇ ਜਾਣਾ। ਭੈਣ ਨਾਨਕੀ ਦਾ ਵਚਨ ਮੰਨ ਕੇ ਭਾਈ ਮਰਦਾਨਾ ਰੁਕ ਗਿਆ। ਭੋਜਨ ਪ੍ਰਸ਼ਾਦਾ ਤਿਆਰ ਹੋ ਗਿਆ, ਰੁਚੀ ਮੁਤਾਬਕ ਜਿੰਨਾ ਚਾਹੀਦਾ ਸੀ ਭੋਜਨ ਛਕ ਲਿਆ। ਫਿਰ ਜਾਣ ਦੀ ਤਿਆਰੀ ਕੀਤੀ। ਉਸ ਵੇਲੇ ਜੈ ਰਾਮ ਜੀ ਨੇ ਜਿਹੜਾ ਸੋਹਣਾ ਵਸਤਰ ਚੋਲਾ ਪਹਿਨਿਆ ਹੋਇਆ ਸੀ ਨਾ ਆਪਣੇ ਤਨ ਦੇ ਉੱਤੇ, ਉਹ ਆਪਣੇ ਗਲੇ ਵਿੱਚੋਂ ਲਾ ਕੇ ਭਾਈ ਮਰਦਾਨੇ ਨੂੰ ਦਿੱਤਾ। ਭਾਈ ਮਰਦਾਨੇ ਨੇ ਖੁਸ਼ ਹੋ ਕੇ ਪਹਿਨ ਲਿਆ ਤੇ ਫਿਰ 20 ਰੁਪਏ ਹੋਰ ਭਾਈ ਮਰਦਾਨੇ ਨੂੰ ਦਿੱਤੇ। ਭੈਣ ਨਾਨਕੀ ਕਹਿਣ ਲੱਗੇ ਕਹਿੰਦੇ ਇਹ ਵੀ ਆ ਲੈ ਜਾ ਭਾਈ ਮਰਦਾਨੇ, ਪਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਮੇਰੇ ਵੱਲੋਂ ਕਿ ਆ ਕੇ ਮੈਨੂੰ ਦਰਸ਼ਨ ਦੇ ਜਾਣ। ਗੁਣਾਂ ਦੇ ਘਰ ਸਤਿਗੁਰੂ ਨੂੰ ਮੇਰੀ ਇਹ ਬੇਨਤੀ ਕਰ ਦੇਣੀ। ਮੇਰੇ ਮਨ ਦੇ ਵਿੱਚ ਇਹ ਬਹੁਤੀ ਲਾਲਸਾ ਦਰਸ਼ਨਾਂ ਦੀ ਦੇਖ ਕੇ ਕਿਰਪਾ ਕਰਕੇ ਦਇਆ ਧਾਰ ਕੇ ਘਰ ਆ ਜਾਣ। ਹੁਣ ਭਾਈ ਮਰਦਾਨਾ ਜੀ ਤੁਸੀਂ ਜਾਓ।
ਆਨਨੇ ਜਾਣੇ। ਤੁਸੀਂ ਜਲਦੀ ਚਲੇ ਜਾਓ, ਕਿਤੇ ਉਹ ਉਪਰਾਮ ਹੋ ਕੇ ਉੱਥੋਂ ਉੱਠ ਕੇ ਕਿਤੇ ਹੋਰ ਨਾ ਚਲੇ ਜਾਣ। ਬੰਦੇ ਧਰ ਬਾਪ ਕੋ ਗਮਨਿਓ। ਉਸ ਵੇਲੇ ਭਾਈ ਮਰਦਾਨਾ ਜੀ ਨੇ ਆਪਣੇ ਮੋਢਿਆਂ ਤੇ ਰਬਾਬ ਰੱਖੀ ਤੇ ਸਤਿਗੁਰੂ ਜੀ ਵੱਲ ਚੱਲ ਪਿਆ। ਸ੍ਰੀ ਗੁਰੂ ਟਿਕਟ ਆਇਓ। ਚੱਲਦਾ ਚੱਲਦਾ ਸਤਿਗੁਰੂ ਸਾਹਿਬ ਜੀ ਕੋਲ ਪਹੁੰਚ ਗਿਆ। ਬੰਦਨ ਕਰ ਬੈਸਿਓ ਗੁਰੂ ਬੋਲੇ। ਸਤਿਗੁਰੂ ਜੀ ਕੋਲੇ ਨਮਸਕਾਰ ਕਰਕੇ ਜਦੋਂ ਬੈਠਿਆ, ਗੁਰੂ ਸਾਹਿਬ ਨੇ ਆਖਿਆ, ਗੌਰ ਬਾਪ ਪੁਨ ਲਿਆਇਓ। ਕਹਿੰਦੇ ਭਾਈ ਮਰਦਾਨੇ ਤੈਨੂੰ ਕਿਹਾ ਸੀ ਆ ਰਬਾਬ ਰੱਖ ਕੇ ਚਲਿਆ ਜਾਈ, ਤੂੰ ਮੁੜ ਕੇ ਕਿਵੇਂ ਲੈ ਆਇਆ? ਗਇਓ ਮੈਂ ਧਰਨ ਬੈਠੈ। ਕਹਿੰਦੇ ਤੂੰ ਘਰ ਨੂੰ ਗਿਆ ਕਿਉਂ ਨਹੀਂ? ਇਹ ਕਹਿ ਕੇ ਗਿਆ ਸੀ ਮੈਂ ਘਰ ਚੱਲਿਆ ਹਾਂ। ਭਗਨੀ ਮਨ ਰੰਗਾ। ਤੇ ਭਾਈ ਮਰਦਾਨਾ ਕਹਿੰਦਾ ਜੀ ਮੈਂ ਜਦੋਂ ਜਾਣ ਲੱਗਿਆ ਨਾ ਘਰ ਰੱਖਣ ਵਾਸਤੇ ਰਬਾਬ, ਉਸ ਵੇਲੇ ਭੈਣ ਨਾਨਕੀ ਨੇ ਮਨ ਦੇ ਵਿੱਚ ਬਹੁਤ ਹੀ ਤੁਹਾਡੇ ਪ੍ਰੇਮ ਵਿੱਚ ਵਿਰਾਗ ਧਾਰਨ ਕਰ ਲਿਆ। ਮਮ ਜਾਮਨ ਕੀ ਬਾਤ ਸੁਣੀ। ਜਦੋਂ ਮੇਰੇ ਜਾਣ ਦੀ ਗੱਲ ਉਹਨਾਂ ਨੇ ਸੁਣੀ, ਤਿਨ ਕੀਨੋ ਵਡ ਬੈ ਰੰਗਾ। ਉਹਨਾਂ ਨੇ ਬਹੁਤ ਹੀ ਵਿਰਾਗ ਮਨ ਵਿੱਚ ਕੀਤਾ। ਆਨ ਜੈ ਰਾਮ ਭਨੇ ਮੁਖ ਬਚਨਾ। ਤੇ ਭਾਈ ਜੈ ਰਾਮ ਜੀ ਨੇ ਵੀ ਮੈਨੂੰ ਆ ਬਚਨ ਆਖੇ ਜਦ ਲਉ ਗੁਰੂ ਸੁਲਤਾਨਾ। ਕਿ ਭਾਈ ਮਰਦਾਨੇ ਤੂੰ ਛੱਡ ਕੇ ਜਾ ਨਾ, ਇਸ ਨਗਰ ਦੇ ਵਿੱਚ ਸੁਲਤਾਨਪੁਰ ਵਿੱਚ ਹੀ ਰਹਿ। ਤਬ ਲੋ ਭੋਜਨ ਖਾਲੋ ਹਮ ਕਰ। ਤੇ ਮਹਾਰਾਜ ਭੁੱਖ ਦੇ ਦੁੱਖੋਂ ਮੈਂ ਗਿਆ ਸੀ। ਜੈ ਰਾਮ ਜੀ ਨੇ ਉਹ ਹੱਲ ਕਰ ਦਿੱਤਾ ਮਸਲਾ ਵੀ ਜਦੋਂ ਤੱਕ ਸੁਲਤਾਨਪੁਰ ਰਹੇਗਾ ਸਾਡੇ ਘਰ ਆ ਕੇ ਦੋਵੇਂ ਟਾਈਮ ਭੋਜਨ ਛਕ ਜਾਇਆ ਕਰ। ਉਨ ਕੀ ਖਰਚੀ ਪਾਨਾ। ਤੇ ਬਾਕੀ ਜੇ ਤੈਨੂੰ ਹੋਰ ਕੋਈ ਖਰਚ ਵਗੈਰਾ ਚਾਹੀਦਾ ਤੇ ਉਹ ਸਾਡੇ ਤੋਂ ਤੂੰ ਰੁਪਈਏ ਮਾਇਆ ਲੈ ਲਿਆ ਕਰ। ਵੀ ਸਰਕਾਰ ਖਿੜ ਗੁਰ ਕਰ ਕੋ ਅੰਕਰ। ਤੇ ਮਹਾਰਾਜ ਉਹਨਾਂ ਨੇ ਮੈਨੂੰ ਨਾਲੇ ਤਾਂ ਆਪਣਾ ਚੋਲਾ ਲਾ ਕੇ ਦੇ ਦਿੱਤਾ, ਸੋਹਣੇ ਕੱਪੜੇ ਦੇ ਦਿੱਤੇ। ਭਾਈ ਮਰਦਾਨਿਆ ਕੱਲ ਨੂੰ ਬਹਾਨਾ ਨਾ ਕਰੀ ਮੇਰੇ ਕੱਪੜੇ ਫਟ ਗਏ ਐ। ਤੇ ਨਾਲੇ ਮਹਾਰਾਜ ਆ 20 ਰੁਪਈਏ ਦਿੱਤੇ ਹਨ, ਇਹ ਦੇ ਕੇ ਮੈਨੂੰ ਤੁਹਾਡੇ ਕੋਲ ਭੇਜਿਆ। ਉਨ ਭਗਨੀ ਭਗਤੈ ਏਕ ਕੋ ਕੰਮ ਆਨ ਸਦਨ ਮੁਝ। ਫੇਰ ਭੈਣ ਨਾਨਕੀ ਜੀ ਨੇ ਇੱਕ ਆ ਬੇਨਤੀ ਵੀ ਮੈਨੂੰ ਤੁਹਾਡੇ ਚਰਨਾਂ ਵਿੱਚ ਕਰਨ ਲਈ ਆਖਿਆ ਕਿ ਮੈਨੂੰ ਘਰ ਵਿੱਚ ਆ ਕੇ ਦੇਹੁ ਦਰਸ਼ਨ ਕਰ ਦਇਆ ਕਰਕੇ ਕਿਰਪਾ ਕਰਕੇ ਦਰਸ਼ਨ ਦਿਓ। ਕਿਆ ਕੀਨੋ ਤੈ ਏਕ ਕੰਮ। ਸੁਣ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਆ ਤੂੰ ਕੀ ਪੁੱਠਾ ਕੰਮ ਕਰ ਆਇਆ, ਤੂੰ ਤਾਂ ਬਹੁਤ ਮਾੜਾ ਕੰਮ ਕੀਤਾ। ਤੈ ਗੁਮ ਸੁਭਾਏ। ਕਹਿੰਦੇ ਧੀਆਂ ਭੈਣਾਂ ਨੂੰ ਪੈਸੇ ਦੇਈਦੇ ਹੁੰਦੇ ਆ ਕਿ ਉਹਨਾਂ ਤੋਂ ਲਈਦੇ ਹੁੰਦੇ ਆ? ਤੂੰ ਉਹਨਾਂ ਤੋਂ 20 ਰੁਪਈਏ ਲੈ ਆਇਆ। ਕਹਿੰਦੇ ਅੰਤ ਨੂੰ ਤੂੰ ਬਸ ਉਹੀ ਮਰਾਸੀਆਂ ਵਾਲੀ ਗੱਲ ਕਰ ਦਿੱਤੀ। ਆਪੈ ਤਨ ਪਾਲਨ ਸ੍ਰੀ ਚੰਦਾ। ਅੱਗੇ ਹੀ ਉਹ ਤਾਂ ਬਾਬਾ ਸ਼੍ਰੀ ਚੰਦ ਆ ਸਾਡੇ ਵੱਡੇ ਸਾਹਿਬਜ਼ਾਦੇ ਦਾ ਪਾਲਣ ਪੋਸ਼ਣ ਕਰ ਰਹੇ ਹਨ, ਉਨ ਜਾਤੇ ਤੁਮ ਜਾਏ। ਤੇ ਤੂੰ ਉਲਟਾ ਜਾ ਕੇ ਉਹਨਾਂ ਤੋਂ ਹੋਰ ਪੈਸੇ ਮੰਗਦਾ ਹੈ। ਅਲੋਕਾਲ ਕੀਨੋ ਵੇ ਨਾਹੀ। ਇਹ ਤੂੰ ਕੋਈ ਚੰਗਾ ਕੰਮ ਨਹੀਂ ਕੀਤਾ, ਰਾਜ ਕਰ ਤਨ ਆਨਾ। ਤੂੰ ਲਾਲਚ ਕਰਕੇ ਧਨ ਲੈ ਆਇਆ ਹੈ। ਜਾਉ ਸ਼ਬਦ ਮੁਰ ਮੂਲ ਜੋ ਦੀਜੈ। ਸਤਿਗੁਰੂ ਕਹਿੰਦੇ ਹੁਣੇ ਜਾ ਧਨ ਮੋੜ ਕੇ ਆ, ਮੇਰਾ ਕੋ ਨਿਜ ਪਾਨਾ। ਇਹਨੂੰ ਆਪਣੇ ਹੱਥ ਨਾ ਰੱਖ। ਸੁਨ ਨਾਨਕ ਜੀ ਪੂਰਨ ਕਹੋ। ਉਸ ਵੇਲੇ ਕਹਿਣ ਲੱਗਾ ਸਤਿਗੁਰੂ ਨਾਨਕ ਜੀ ਮੈਂ ਝੂਠ ਨਹੀਂ ਬੋਲਦਾ, ਮੈਂ ਜਾਤੇ ਮੈਂ ਜਾਏ। ਮਹਾਰਾਜ ਮੈਂ ਉਹਨਾਂ ਤੋਂ ਜਾ ਕੇ ਮੰਗੇ ਨਹੀਂ ਸਨ ਪੈਸੇ। ਤੈ ਆਪ ਤਿਨ ਹਿਤ ਕਰ ਰਹਦੇ। ਉਹਨਾਂ ਨੇ ਹਿਰਦੇ ਵਿੱਚ ਪ੍ਰੇਮ ਕਰਕੇ ਆਪੇ ਹੀ ਮੈਨੂੰ ਇਹ ਮਾਇਆ ਦਿੱਤੀ ਹੈ, ਦੇ ਕਰਮ ਆਏ। ਤਾਂ ਮਹਾਰਾਜ ਮੈਂ ਲੈ ਕੇ ਆ ਗਿਆ। ਅਬੇ ਵਿਦ ਤੁਮ ਬਦਨ ਬਦੋਗੇ। ਫਿਰ ਵੀ ਮਹਾਰਾਜ ਹੁਣ ਆਪ ਜੀ ਜਿਸ ਤਰੀਕੇ ਆਪਣੇ ਮੁਖੋਂ ਆਖੋਗੇ ਵਿਦ ਮੈਂ ਅਨੁਸਾਰ। ਮੈਂ ਤਾਂ ਮਹਾਰਾਜ ਆਪ ਜੀ ਦੀ ਆਗਿਆ ਦਾ ਅਨੁਸਾਰੀ ਹਾਂ। ਜੋ ਤੁਮ ਸੰਗ ਹੋਏ ਨਿਰਭੈ ਬਹਿਵਾ। ਤੇ ਮਹਾਰਾਜ ਜਿਵੇਂ ਫਿਰ ਤੁਹਾਡੇ ਨਾਲ ਮੇਰਾ ਨਿਰਵਾਹ ਹੋਵੇ, ਐਸੇ ਕਰੋ ਵਿਚਾਰਾ। ਇਹ ਆਪ ਹੀ ਵਿਚਾਰ ਕਰ ਲਓ ਵੀ ਮੇਰਾ ਹੁਣ ਕਿਵੇਂ ਤੁਹਾਡੇ ਨਾਲ ਗੁਜ਼ਾਰਾ ਹੋਵੇ। ਐਸੀ ਗੁਰ ਨਰਿਆਸ ਨ ਰਖੀਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨੇ ਕਦੇ ਵੀ ਮਨੁੱਖਾਂ ਦੀ ਆਸਾ ਨਾ ਤੱਕੀਏ, ਬਹੁ ਵਿਕਾਰ ਸਮਾਈ। ਕਿਉਂਕਿ ਕਿਸੇ ਮਨੁੱਖ ਦੀ ਟੇਕ ਰੱਖਣੀ, ਮਨੁੱਖ ਦਾ ਆਸਰਾ ਤੱਕਣਾ ਇਹ ਤਾਂ ਬਹੁਤ ਵਿਗਾੜ ਵਾਲੀ ਗੱਲ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਦੇ ਬਚਨ ਆਪਾਂ ਪੜ੍ਹਦੇ ਹਾਂ, ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ। ਇੱਕ ਰੱਬ ਦਾ ਆਸਰਾ ਤੱਕੀਏ, ਮਨੁੱਖਾਂ ਦੀ ਆਸਾ ਤੱਕਣੀ ਇਹ ਤਾਂ ਬਹੁਤ ਵਿਗਾੜ ਵਾਲੀ ਗੱਲ ਹੈ। ਤ੍ਰਿਸ਼ਨਾ ਹੋਏ ਨ ਤ੍ਰਿਪਤੈ। ਕਿਉਂਕਿ ਤ੍ਰਿਸ਼ਨਾ ਤਾਂ ਇਹ ਵੱਧਦੀ ਜਾਂਦੀ ਹੈ, ਇਹ ਕਦੇ ਤ੍ਰਿਪਤ ਨਹੀਂ ਹੁੰਦੀ, ਰੱਜਦਾ ਨਹੀਂ ਬੰਦਾ, ਬਹੁ ਬਹੁ ਪਰਮਾਈ। ਬਾਰ-ਬਾਰ ਭਰਮਦਾ ਹੈ। ਏਕ ਜਲ ਦੂਜੈ
ਜਾਵੇ। ਇੱਕ ਤੋਂ ਜਾ ਕੇ ਮੰਗਦਾ ਹੈ, ਉਹ ਤੋਂ ਲੈ ਕੇ ਫਿਰ ਦੂਜੇ ਕੋਲ ਚਲਿਆ ਜਾਂਦਾ ਹੈ, ਸਰਬੈ ਜੀਨਾ ਫਿਰ ਤੀਜੇ ਕੋਲੇ ਜਾਂਦਾ ਵੀ ਦੇ ਮੈਨੂੰ ਕੁਝ, ਚਤੁਰ ਤੇ ਜਾਚੈ ਹੋਏ ਆਤੁਰ। ਫਿਰ ਚੌਥੇ ਕੋਲੇ ਜਾ ਕੇ ਦੁਖੀ ਹੋ ਕੇ ਮੰਗਦਾ ਹੈ। ਤ੍ਰਿਸ਼ਨਾ ਕੀਨੈ ਦੀਨਾ ਇਉਂ ਮਨੁੱਖ ਨੂੰ ਤ੍ਰਿਸ਼ਨਾ ਆਪਣੇ ਅਧੀਨ, ਆਪਣੇ ਅੰਡਰ ਕਰਕੇ ਰੱਖਦੀ ਹੈ। ਏਕ ਆਸਰਾ ਕੋ ਅਬਿਨਾਸੀ। ਹਾਂ, ਜੇ ਆਸ ਰੱਖਣੀ ਹੈ ਨਾ ਤਾਂ ਇੱਕ ਜਿਹੜਾ ਅਬਿਨਾਸ਼ੀ, ਵਿਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆ, ਉਹਦੀ ਆਸ ਰੱਖ ਮਨ ਵਿੱਚ। ਤ੍ਰਿਸ਼ਨਾ ਨਾਸੈ ਅਨਾ। ਹੋਰ ਜਿਹੜੀਆਂ ਤ੍ਰਿਸ਼ਨਾਵਾਂ ਹੈ ਜਿਸ ਕਰਕੇ ਖਤਮ ਹੁੰਦੀਆਂ ਹਨ, ਜੈ ਜੈ ਹੋਏ ਪੁਚਾਲੈ ਤੈ ਤੈ। ਔਰ ਜਿੱਥੇ ਜਿੱਥੇ ਕੋਈ ਮਨੁੱਖ ਜੀਵ ਜੰਤੂ ਆ ਉੱਥੇ ਹੀ ਵਾਹਿਗੁਰੂ ਪਹੁੰਚਾਉਂਦਾ ਹੈ। ਕੀਟ ਮਤ ਕਾ ਖਾਨਾ। ਜਿਹੜੇ ਕੋਈ ਕੀੜੇ ਪੱਥਰਾਂ ਦੇ ਵਿੱਚ ਵੀ ਆ ਨਾ, ਉਹਨਾਂ ਨੂੰ ਵੀ ਵਾਹਿਗੁਰੂ ਰੋਜੀ ਬਖਸ਼ਦਾ ਹੈ। ਉਦਰ ਕਿਤੇ ਪ੍ਰਤਪਾਲੈ ਜੋ। ਮਾਤਾ ਦੇ ਕੁੱਖ ਦੇ ਵਿੱਚ, ਪੇਟ ਦੇ ਵਿੱਚ ਜਦੋਂ ਵਾਹਿਗੁਰੂ ਪ੍ਰਤਪਾਲਨਾ ਕਰਦਾ ਬੱਚੇ ਦੀ, ਜਨਮਤ ਦੇ ਆਹਾਰ। ਕਹਿੰਦੇ ਦੇਖੋ ਪੇਟ ਦੇ ਵਿੱਚ ਵੀ ਮਾਤਾ ਦੇ ਵਾਹਿਗੁਰੂ ਰੱਖਿਆ ਕਰਦਾ ਹੀ ਹੈ, ਉਹਨੂੰ ਆਹਾਰ ਦਿੰਦਾ ਹੀ ਹੈ। ਤੇ ਜਦੋਂ ਜਨਮ ਲੈ ਲੈਂਦਾ ਹੈ ਉਸ ਵੇਲੇ ਵੀ ਆਹਾਰਾ ਭੋਜਨ ਮਾਤਾ ਦਾ ਦੁੱਧ ਬਖਸ਼ਦਾ ਹੈ। ਪੂਰਬ ਤਨ ਮੈਂ ਕੁਛ ਨਾਹੀ। ਪਹਿਲਾਂ ਮਾਤਾ ਦੇ ਅਸਥਾਨਾਂ ਦੇ ਵਿੱਚ ਕੁਝ ਨਹੀਂ ਹੁੰਦਾ, ਪੁਨ ਪੈ ਬਸਮਤ ਧਾਰਾ। ਪਰ ਜਦੋਂ ਬਾਲਕ ਦਾ ਜਨਮ ਹੁੰਦਾ ਹੈ ਤੇ ਉਸ ਵੇਲੇ ਦੁੱਧ ਦੀਆਂ ਧਾਰਾਂ ਪਸਮਦੀਆਂ ਹਨ। ਏਕ ਜਲਾਕਰ ਅਸਰ ਉਰ ਕਰ। ਸੋ ਕਹਿੰਦੇ ਇਸ ਤਰੀਕੇ ਨਾਲ ਮਨ ਦੇ ਵਿੱਚ ਜਾਣ ਕੇ ਤਨ ਸੰਤੋਖ ਸਦਾਈ। ਮਨ ਨੂੰ ਟਿਕਾਣੇ ਰੱਖ ਤੇ ਸੰਤੋਖ ਧਾਰਨ ਕਰ। ਜਲ ਥਲ ਗਿਰ ਨਭ ਤਾਂਬਰ ਧਰਮੈ। ਸਤਿਗੁਰੂ ਜੀ ਕਹਿੰਦੇ ਜਲ ਜਿੱਥੇ ਪਾਣੀ ਹੈ, ਥਲ ਮੈਦਾਨੀ ਇਲਾਕਾ ਹੈ, ਪਹਾੜ ਹਨ, ਆਕਾਸ਼ ਹੈ, ਤੇ ਜਿੱਥੇ ਤਾਂਬੇ ਦੀ ਧਰਤੀ ਹੈ, ਜਿੱਥੇ ਸੱਪ ਆਦਿਕ ਵਸਦੇ ਹਨ, ਜੈ ਲਗ ਚੜ ਚੜਾਈ। ਤੇ ਜਿੱਥੇ ਤੱਕ ਕਹਿੰਦੇ ਕੋਈ ਚੱਲਣ ਵਾਲੇ ਚੇਤਨ ਜੀਵ ਹੈ ਤੇ ਜੜ ਜੀਵ ਹਨ, ਰੋਜ ਪਾਲਨਾ ਕਰਤ ਵਿਸਾਲਾ। ਵਾਹਿਗੁਰੂ ਸਾਰਿਆਂ ਦੀ ਚੰਗੀ ਤਰ੍ਹਾਂ ਪ੍ਰਤਪਾਲਨਾ ਕਰਦਾ ਹੈ। ਹੋਏ ਨ ਬਿਨਾ ਆਰ। ਕੋਈ ਵੀ ਬਿਨਾਂ ਭੋਜਨ ਤੋਂ ਨਹੀਂ ਰਹਿੰਦਾ ਕਦੇ। ਉਦਾਰ ਕੋ ਤਜ ਕਰ ਪਰਮਤ। ਸੋ ਐਸੇ ਸ੍ਰੇਸ਼ਟ ਵਾਹਿਗੁਰੂ ਨੂੰ ਛੱਡ ਕੇ ਜੇ ਭਰਮ ਭੁਲੇਖਿਆਂ ਵਿੱਚ ਪੈਣਾ ਹੈ, ਤ੍ਰਿਸ਼ਨਾ ਦੁਖ ਪਰਵਾਰਾ। ਫਿਰ ਤਾਂ ਕਹਿੰਦੇ ਤ੍ਰਿਸ਼ਨਾ ਨੇ ਦੁੱਖ ਹੀ ਦੇਣੇ ਹਨ। ਸੁਦਾਸਨੇ ਜਨ ਮੈਂ ਨਸਰੋਂ ਸੁਣ। ਸੋ ਇਸ ਪ੍ਰਕਾਰ ਇਹ ਜਿਹੜੇ ਅੰਮ੍ਰਿਤ ਵਰਗੇ ਜਿਹੜੇ ਵਚਨ ਹੈ ਸ੍ਰੇਸ਼ਟ ਮਨੁੱਖਾਂ ਦੇ ਸੁਣ ਕੇ ਮਨ ਮੈਂ ਆਵ ਸੰਤੋਖਾ। ਫਿਰ ਮਨ ਦੇ ਵਿੱਚ ਸੰਤੋਖ ਪੈਦਾ ਹੁੰਦਾ ਹੈ। ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ। ਜਨਮਾਂ ਜਨਮਾਂਤਰਾਂ ਦੀ ਜਿਹੜੀ ਤ੍ਰਿਸ਼ਨਾ ਉਹਦੇ ਦੁੱਖਾਂ ਤੋਂ, ਦੇ ਗਿਆਨ ਕਰ ਤੋਖਾ। ਜਦੋਂ ਗਿਆਨ ਪੈਦਾ ਹੋ ਜਾਂਦਾ ਨਾ ਉਸ ਵੇਲੇ ਫਿਰ ਚੰਗੀ ਤਰ੍ਹਾਂ ਜਿਹੜਾ ਮਨ ਤ੍ਰਿਪਤ ਹੋ ਜਾਂਦਾ, ਤ੍ਰਿਸ਼ਨਾ ਖਤਮ ਹੁੰਦੀ ਹੈ। ਬਦਨਾ ਬਦਤ ਮਰਦਾਨਾ ਤਰੀਏ। ਭਾਈ ਮਰਦਾਨਾ ਮੁਖੋਂ ਕਹਿਣ ਲੱਗਾ ਸਤਿਗੁਰੂ ਜੀ ਚੱਲੀਏ। ਕੋ ਸੁਸਾਕਾਰਾ। ਹਾਂ, ਜਿੱਥੇ ਆਪ ਜੀ ਚਾਹੁੰਦੇ ਹੋ ਚੱਲਣਾ, ਮੈਂ ਚਲੋ ਠੀਕ ਆ ਤੁਹਾਡੇ ਨਾਲ ਚੱਲਾਂਗਾ, ਪਰ ਪਹਿਲਾਂ ਆਪ ਜੀ ਨੂੰ ਭੈਣ ਜੀ ਨੇ ਘਰੇ ਬੁਲਾਇਆ ਹੈ ਸੰਗ ਕਲਾ ਚਲੋ ਮੈਂ ਜਿਉ ਰਜਤ ਪਾਣਾ। ਤੇ ਆਪ ਜੀ ਮੇਰੇ ਨਾਲ ਚੱਲੋ। ਇਹ ਜਿਹੜੇ 20 ਰੁਪਏ ਇਹ ਵੀ ਮੈਂ ਵਾਪਸ ਕਰਾਂਗਾ। ਆਪਾ ਲੈ ਵਿਚਾਰਾ। ਹੁਣ ਮੈਂ ਮਨ ਦੇ ਵਿੱਚ ਐਸੀ ਵਿਚਾਰ ਕਰ ਲਈ ਹੈ। ਹੋ ਨਾ ਮੇਟਾ ਚਲ ਮਰਦਾਨਾ। ਭਾਈ ਮਰਦਾਨੇ ਨੂੰ ਸਤਿਗੁਰੂ ਕਹਿੰਦੇ ਚੱਲ ਮਰਦਾਨਿਆਂ, ਤੇਰਾ ਕਹਿਣਾ ਅਸੀਂ ਮੋੜ ਨਹੀਂ ਸਕਦੇ, ਸੰਗ ਕਾਜ ਹੈ ਤੇਰੇ। ਕਿਉਂਕਿ ਤੇਰੇ ਨਾਲ ਸਾਡਾ ਬੜਾ ਵਿਸ਼ੇਸ਼ ਕੰਮ ਹੈ। ਮੈਂ ਸਦਨੈ ਪਾਉਂਦੇ। ਨਗਰ ਸੁਲਤਾਨਪੁਰ ਵਿੱਚ ਜਾ ਕੇ ਭੈਣ ਨਾਨਕੀ ਦੇ ਘਰ ਜਾ ਪਹੁੰਚੇ। ਦਾਸੀ ਤੁਲਸਾ ਹੈ। ਤੁਲਸਾ ਦਾਸੀ ਨੇ ਜਦੋਂ ਆਉਂਦੇ ਦੇਖੇ, ਆਂਡੇ ਅਦੋ ਬਹਾਰੀ ਕਮੀ। ਉਸ ਵੇਲੇ ਖੜੀ ਖੜੀ ਜਿਹੜੀ ਹੇਠਾਂ ਖੜੀ ਸੀ ਉਹਨੇ ਆਵਾਜ਼ ਦਿੱਤੀ ਕਦੋ ਭਰਾਤ ਜੀ ਆਏ। ਕਿ ਹੇ ਵਹੁਟੀ ਜੀ, ਤੁਹਾਡੇ ਭਰਾਤਾ ਜੀ ਆ ਗਏ ਹਨ। ਨਾਨਕੀ ਅੰਗਨਾ ਮੇਰੇ। ਭੈਣ ਨਾਨਕੀ ਨੇ ਜਦੋਂ ਤੁਲਸਾ ਤੇ ਵਚਨ ਸੁਣੇ ਇੰਨੀ ਖੁਸ਼ ਹੋਈ, ਅੰਗਾਂ ਵਿੱਚ ਨਹੀਂ ਸਮਾਉਂਦੀ। ਇਹ ਵੀ ਘਨ ਕਰ ਜਾਏ। ਜਿਵੇਂ ਮੋਰ ਸਾਧ ਸੰਗਤ ਜੀ ਬੱਦਲਾਂ ਨੂੰ ਗਰਜਦਿਆਂ ਦੇਖ ਕੇ ਨੱਚਦਾ ਨਾ, ਇਉਂ ਭੈਣ ਨਾਨਕੀ ਮਨ ਵਿੱਚ ਪ੍ਰਸੰਨ ਹੋ ਗਏ। ਪਦ ਪੰਕਜ ਪਰ ਧਾਏ ਕਰਿਓ ਸਿਰ। ਭੱਜ ਕੇ ਦੌੜ ਕੇ ਜਾ ਕੇ ਸਤਿਗੁਰੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਮੇਰ ਕਰ ਤਾਹੀ। ਜਿਹੜਾ ਧਰਮ ਹੈ ਨਾ ਉਹਨੂੰ ਤਿਆਗ ਕੇ, ਧਰਮ ਤਿਆਗਣ ਦਾ ਇੱਥੇ ਮਤਲਬ ਕੀ ਹੈ ਕਿ ਵੱਡੇ ਜਿਹੜੇ ਛੋਟਿਆਂ ਨੂੰ ਕਦੇ ਮੱਥਾ ਨਹੀਂ ਟੇਕਦੇ। ਭੈਣ ਨਾਨਕੀ ਜੀ ਉਮਰ ਵਿੱਚ ਵੱਡੇ ਹੈ, ਪਰ ਆਪਣੇ ਵੱਡੇ ਪੁਣੇ ਵਾਲਾ, ਵੱਡੀ ਉਮਰ ਵਾਲਾ ਜਿਹੜਾ ਧਰਮ ਨਿਯਮ ਤਿਆਗ ਕੇ ਸਤਿਗੁਰੂ ਦੇ ਚਰਨਾਂ ਤੇ ਸੀਸ ਰੱਖਿਆ ਭੈਣ ਨੇ। ਜੁਗ ਕਾਲ ਪਾਲਤੇ ਸਿਰ ਤਬ ਦੇ ਕਰ। ਜਦੋਂ ਭੈਣ ਜੀ ਸਿਰ ਸਤਿਗੁਰੂ ਦੇ ਚਰਨਾਂ ਤੇ ਰੱਖਣ ਲੱਗੇ ਨਾ, ਸਤਿਗੁਰੂ ਨੇ ਰੱਖਣ ਨਹੀਂ ਦਿੱਤਾ, ਦੋਵੇਂ ਹੱਥਾਂ ਦੇ ਨਾਲ ਭੈਣ ਨਾਨਕੀ ਦੇ ਸਿਰ ਨੂੰ ਫੜ ਲਿਆ। ਪਰਮ ਪੁਰਖ ਪਰਮ ਰਾਜੀ। ਸਤਿਗੁਰੂ ਜੀ ਜਿਹੜੇ ਪਰਮ ਪੁਰਖ ਹਨ,
ਮਨੁੱਖਾਂ ਦੇ ਵਿੱਚੋਂ ਉੱਤਮ ਪੁਰਖ ਅਕਾਲ ਪੁਰਖ ਵਾਹਿਗੁਰੂ ਹਨ। ਕਹਿਣ ਲੱਗੇ ਜਾਂਦੇ ਹੋ ਤੁਮ ਘਰ ਨਹਿ ਆਵੋ। ਥੋੜਾ ਜਿਹਾ ਮਨ ਵਿੱਚ ਗੁੱਸਾ ਕਰਕੇ ਨਾ ਪ੍ਰੇਮ ਵਿੱਚ ਹੀ ਭੈਣ ਨਾਨਕੀ ਨੂੰ ਕਹਿੰਦੇ ਭੈਣ ਇਸੇ ਕਰਕੇ ਮੈਂ ਤੇਰੇ ਘਰੇ ਨਹੀਂ ਆਉਂਦਾ। ਤਤ ਚਰਨ ਸਿਰ ਧਾਈ। ਜਦੋਂ ਆਉਣਾ ਭੱਜ ਕੇ ਮੇਰੇ ਪੈਰਾਂ ਤੇ ਸਿਰ ਰੱਖ ਦਿੰਨੀ ਐ। ਬਹੁ ਨ ਮਿਲੋ ਆਨ ਕਰ ਤੁਮ ਕਉ। ਸਤਿਗੁਰੂ ਕਹਿੰਦੇ ਮੈਂ ਨਾਰਾਜ਼ ਆ, ਮੁੜ ਕੇ ਨਹੀਂ ਭੈਣੇ ਮੈਂ ਤੈਨੂੰ ਮਿਲਦਾ ਆ ਕੇ। ਹੋਏ ਆਪਣੇ ਅਧਿਕਾਰੀ। ਕਿਉਂਕਿ ਜਦੋਂ ਆਉਣਾ ਤੇ ਮੇਰੇ ਤੋਂ ਤਾਂ ਇਹ ਵੱਡਾ ਗੁਨਾਹ ਹੋ ਜਾਂਦਾ, ਮੈਨੂੰ ਗੁਨਾਹੀ ਬਣਾ ਦਿੰਨੀ ਹੈ ਮੈਨੂੰ ਮੱਥਾ ਟੇਕ ਕੇ। ਸੁਣੋ ਭਰਾਤ ਜੀ ਜੋ ਤੁਮ ਭਾਗੋ। ਭੈਣ ਨਾਨਕੀ ਪਿਆਰ ਵਿੱਚ ਆ ਕੇ ਕਹਿਣ ਲੱਗੀ ਭਰਾਵਾ ਜਿਵੇਂ ਕਹਿੰਦਾ ਹੈ ਜੋ ਆਏ ਸੋ ਅਨੁਸਾਰਾ। ਮੈਂ ਤਾਂ ਤੇਰੀ ਆਗਿਆ ਦੇ ਅਨੁਸਾਰ ਹਾਂ। ਜੇ ਦਰਸ਼ਨ ਦੇਵ ਤੁਮ ਰਹੀਏ। ਬਸ ਮੇਰੇ ਤੇ ਕਿਰਪਾ ਕਰਦੇ, ਮੈਨੂੰ ਦਰਸ਼ਨ ਦਿੰਦੇ ਰਿਹਾ ਕਰੋ, ਕਰੋ ਹਿਰਦੈ ਅਨੁਸਾਰਾ। ਕਦੇ ਮੈਨੂੰ ਹਿਰਦੇ ਵਿੱਚੋਂ ਨਾ ਭੁਲਾਇਓ। ਨਿਤ ਸਿਮਰਨ ਹੋ ਮਨ ਮੈਂ ਕਰਮੋ। ਨਿੱਤਾ ਪ੍ਰਤੀ ਮੈਂ ਮਨ ਵਿੱਚ ਤੇਰਾ ਸਿਮਰਨ ਕਰਦੀ ਹਾਂ। ਭਗਤ ਆਵੈ ਨਾ। ਤੇ ਕਦੇ ਕਦੇ ਤੁਸੀਂ ਘਰੇ ਆ ਜਾ ਕਰੋ, ਦਰਸ਼ਨ ਦੇ ਜਾ ਕਰੋ। ਕਰੁਣਾ ਕਰ ਕਰੇ ਕਰੁਣਾ ਕਰ। ਹੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਮੇਰੇ ਤੇ ਕਿਰਪਾ ਕਰੋ। ਕਮਲਾਨਨ ਬਦਲੈ ਨਾ। ਕਮਲ ਵਰਗੇ ਮੁਖ ਵਾਲੇ ਮੁਕਤੀ ਦਾਤੇ। ਜਬ ਨਿਜ ਮਨ ਮੈਂ ਮਿਲਨ ਲਾਲਸਾ। ਜਦੋਂ ਮੇਰੇ ਮਨ ਵਿੱਚ ਮਿਲਣ ਦੀ ਲਾਲਸਾ ਹੋਵੇ। ਸਿਮਰੋ ਜਸ ਪਦ ਆਮੋ। ਸਤਿਗੁਰੂ ਪਾਤਸ਼ਾਹ ਕਹਿੰਦੇ ਭੈਣ ਨਾਨਕੀ ਜੀ ਉਸ ਵੇਲੇ ਕਹਿੰਦੇ ਸਾਨੂੰ ਚੇਤੇ ਕਰੋ, ਉਸੇ ਵਕਤ ਆਇਆ ਕਰਾਂਗੇ। ਆਮੋ ਨਿਕਟ ਕਦੋਂ ਕਿਤ ਦੂਰਾ। ਸਤਿਗੁਰੂ ਕਹਿੰਦੇ ਭਾਵੇਂ ਮੈਂ ਨੇੜੇ ਹੋਵਾਂ ਭਾਵੇਂ ਕਿਤੇ ਦੂਰ ਹੋਵਾਂ, ਤਬ ਮੈਂ ਕਿਰਮ ਨ ਲਾਮੋ। ਭੈਣ ਜੀ ਮੈਂ ਦੇਰੀ ਨਹੀਂ ਲਾਵਾਂਗਾ ਤੁਹਾਡੇ ਕੋਲ ਪਹੁੰਚਣ ਦੀ। ਮਰਦਾਨਾ ਅਪ ਬੇਟੇ ਦੀ ਕੇ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗਾ ਦਿਓ ਕਾਰ ਬਿਗਨੋ। ਸਤਿਗੁਰੂ ਜੀ ਭਾਈ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਾ ਆ ਬੇਬੇ ਜੀ ਦੇ ਭੈਣ ਨਾਨਕੀ ਜੀ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਵਾਪਸ ਦੇ। ਮਰਦਾਨਾ ਕੀ ਜਾਤੇ ਨਾਹੀ। ਭੈਣ ਨਾਨਕੀ ਜੀ ਕਹਿਣ ਲੱਗੇ ਨਹੀਂ ਅਸੀਂ ਨਹੀਂ ਲੈਣੇ, ਕਿਉਂਕਿ ਭਾਈ ਮਰਦਾਨੇ ਨੇ ਕਿਹੜਾ ਸਾਡੇ ਤੋਂ ਮੰਗੇ ਸਨ, ਦੀਨ ਆਪੀ ਸੋ। ਇਹ ਤਾਂ ਅਸੀਂ ਖੁਸ਼ ਹੋ ਕੇ ਇਹਨੂੰ ਆਪ ਹੀ ਦਿੱਤੇ ਸੀ। ਤੂੰ ਭਗਤਨ ਆਰਤੀ ਕੋ ਪਿਆਰੀ। ਸਤਿਗੁਰੂ ਕਹਿੰਦੇ ਤੂੰ ਤਾਂ ਹਰੀ ਦੀ ਪਰਮੇਸ਼ਰ ਦੀ ਵੱਡੀ ਪਿਆਰੀ ਭਗਤਣੀ ਆ ਭੈਣੇ, ਤੈਓ ਵੱਡੇ ਕੋ ਸੁਨ ਹੈ। ਤੇ ਵੱਡਿਆਂ ਦਾ ਕਿਹਾ ਹੋਇਆ ਸੁਣਨਾ ਹੀ ਪੈਂਦਾ ਹੈ। ਸੰਭੋ ਹਮ ਟਿਕ ਕਰਤਾਰਾ। ਤੇ ਕਹਿੰਦੇ ਵੱਡਿਆਂ ਦੀ ਗੱਲ ਰੱਬ ਜ਼ਿਆਦਾ ਸੁਣਦਾ, ਤੂੰ ਰੱਬ ਦੀ ਭਗਤਣੀ ਐ ਤੇ ਬਚਨ ਕਰਕੇ ਸਾਨੂੰ ਕਰਤਾਰ ਨੂੰ ਵਾਹਿਗੁਰੂ ਨੂੰ ਸੌਂਪ ਦੇ। ਭਲੀ ਬਾਤ ਸਭ ਬਨ ਹੈ। ਫਿਰ ਸਾਰੀ ਗੱਲਬਾਤ ਜਿਹੜੀ ਭਲੀ ਚੰਗੀ ਬਣ ਜਾਵੇਗੀ। ਬੰਦ ਨਾਨਕੀ ਜਾਣਤ ਹੋਵੇ। ਉਸ ਵੇਲੇ ਸਤਿਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੈਣ ਕਹਿਣ ਲੱਗੇ ਤੁਸੀਂ ਜਾਣਦੇ ਹੀ ਹੋਵੋਗੇ। ਇਹ ਕੁਝ ਭਰਾਤਾ ਜਾਣੇ। ਤੁਹਾਨੂੰ ਤਾਂ ਮਨ ਵਿੱਚ ਲੱਗਦਾ ਹੋਊਗਾ ਵੀ ਭੈਣ ਨਾਨਕੀ ਮੈਨੂੰ ਆਪਣਾ ਭਰਾ ਹੀ ਜਾਣਦੀ ਹੈ, ਪਰਮ ਰੂਪ ਪਰਮੇਸ਼ਰ ਬਾਪ। ਪਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਪਰਮ ਪਰਮੇਸ਼ਰ ਦਾ ਸਰੂਪ ਹੋ। ਤਬ ਬੋਲਣ ਪੁਰਖ ਪੁਰਾਣੇ। ਤੇ ਮਹਾਰਾਜ ਜਿਹੜੇ ਪੁਰਾਤਨ ਪੁਰਖ ਅਕਾਲ ਪੁਰਖ ਵਾਹਿਗੁਰੂ ਹੋ ਤੁਸੀਂ। ਕਾਲ ਕਾਲ ਕਹਾਉ ਨਾ ਹੋਤੇ। ਮਹਾਰਾਜ ਸੱਚੇ ਪਾਤਸ਼ਾਹ ਵਾਰੀ ਵਾਰੀ ਨਾ ਮੇਰੇ ਤੋਂ ਕਹਾਓ। ਸੁਸਾਕਾਰ ਸੁਖ ਲੀਜੈ। ਤੇ ਸਤਿਗੁਰੂ ਕਹਿਣ ਲੱਗੇ ਭੈਣ ਜੀ ਨਹੀਂ ਬੇਨਤੀ ਮੰਨੋ, ਇਹ ਜਿਹੜੇ ਰੁਪਈਏ ਆ ਵਾਪਸ ਲੈ ਲਓ। ਮਰਦਾਨਾ ਨਿਜ ਬੰਸ ਮਰਾਸੀ। ਭਾਈ ਮਰਦਾਨਾ ਸਾਡੀ ਬੇਦੀ ਕੁਲ ਦਾ ਮਰਾਸੀ ਹੈ, ਪੁਨੇ ਆਵੇਂ ਤਬ ਦੀਜੈ। ਜਦੋਂ ਇਹ ਦੁਬਾਰਾ ਆਵੇਗਾ ਨਾ ਉਸ ਵੇਲੇ ਨੂੰ ਪੈਸੇ ਦੇ ਦਿਓ, ਸੁਸ਼ਾ ਕੈ ਨਾ ਭੇਜੋ ਜਾਂਗੋ। ਕਦੇ ਵੀ ਇਹਨੂੰ ਖਾਲੀ ਨਾ ਭੇਜਣਾ, ਤੂੰ ਬੇਦੀ ਕੁਲ ਤਨੀਆ। ਕਿਉਂਕਿ ਤੂੰ ਵੀ ਬੇਦੀ ਕੁਲ ਦੀ ਪੁੱਤਰੀ ਹੈ। ਸ੍ਰੀ ਚੰਦ ਨਿਜ ਕੌਸ਼ਲ ਪਾਇਓ। ਔਰ ਬਾਬਾ ਸ਼੍ਰੀ ਚੰਦ ਸਾਡਾ ਵੱਡਾ ਸਾਹਿਬਜ਼ਾਦਾ ਅਸੀਂ ਤੇਰੀ ਗੋਦ ਪਾਇਆ ਹੈ, ਤਦ ਦੇਵਨ ਬਨੀਆ। ਇਸ ਕਰਕੇ ਇਹ ਰੁਪਈਏ ਤੁਹਾਨੂੰ ਦੇਣੇ ਹੀ ਬਣਦੇ ਹਨ। ਕਰ ਹਰ ਜਾਏ ਭਤੀਜੈ। ਹਾਂ ਇਸ ਕਰਕੇ ਉਹਦਾ ਖਰਚਾ ਪੱਠਾ ਤਾਂ ਸਾਨੂੰ ਦੇਣਾ ਬਣਦਾ ਨਾ, ਸਾਡੇ ਪੁੱਤਰ ਨੂੰ ਤੁਸੀਂ ਪਾਲ ਰਹੇ ਹੋ ਤੇ ਅਸੀਂ ਤੁਹਾਡੇ ਤੋਂ ਲੈ ਨਹੀਂ ਸਕਦੇ। ਇਸ ਪ੍ਰਕਾਰ ਬਹੁਤ ਖੁਸ਼ ਹੋ ਕੇ ਹਿਰਦੇ ਦੇ ਵਿੱਚ ਦੇਸ਼ ਵਿਦੇਸ਼ਾ। ਸਤਿਗੁਰੂ ਕਹਿੰਦੇ ਸਾਨੂੰ ਆਗਿਆ ਦਿਓ ਅਸੀਂ ਦੇਸ਼ਾਂ ਵਿਦੇਸ਼ਾਂ ਨੂੰ ਜਾ ਕੇ ਦੇਖੀਏ, ਚਿੰਤਾ ਜਦ ਬੀਜ ਵਿਚਰੀਏ। ਔਰ ਕਿਸੇ ਪ੍ਰਕਾਰ ਦੀ ਚਿੰਤਾ ਮਨ ਵਿੱਚ ਨਾ ਰੱਖੋ, ਕਰੋ ਧੀਰ ਕਰ ਜੈਸਾ। ਧਰਤੀ ਵਰਗਾ ਧੀਰਜ ਮਨ ਵਿੱਚ ਧਾਰ ਕੇ ਰੱਖੋ। ਸਿਮਰੋ ਜਗ ਆਵੈ ਤਦ ਕਾਲੋ ਤਕਾਲਾ। ਜਦੋਂ ਵੀ ਸਾਨੂੰ ਯਾਦ ਕਰੋਗੇ ਨਾ ਸਤਿਗੁਰੂ ਬਾਰ-ਬਾਰ ਕਹਿ ਰਹੇ ਆ ਉਸੇ ਵੇਲੇ ਆਵਾਂਗੇ। ਪੂਰਨ ਜਾਨੋ ਕਹਿਣਾ। ਇਹ ਭੈਣ ਸਾਡੇ ਵਚਨ ਝੂਠੇ ਨਾ ਜਾਣ। ਸੋਦਰੀ ਸਹਿਤ ਸ੍ਰੇਆ। ਸੁਣ ਕੇ ਬੜੇ ਪਿਆਰ ਨਾਲ ਭੈਣ ਨੇ ਸਤਿ ਬਚਨ ਗੁਣੇ ਨਾ। ਸਤਿਗੁਰੂ ਜੀ ਦੇ ਸਾਰੇ ਵਚਨ ਜਿਹੜੇ ਗੁਣਾਂ ਦੇ ਘਰ ਆ ਉਹਨਾਂ ਦੇ ਵਚਨ ਸੁਣੇ। ਦੇ ਸੁਤਨ ਨਾ।
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇੱਥੇ ਰਹਿੰਦੇ ਹੋਏ ਵੀ ਜਦੋਂ ਘਰ ਨਹੀਂ ਆਉਂਦੇ, ਤਦਪ ਭੀ ਧਰਵਾਸੂ, ਫਿਰ ਵੀ ਚਲੋ ਮੇਰੇ ਮਨ ਦੇ ਵਿੱਚ ਇਹ ਧਰਵਾਸ ਵੱਜਿਆ ਰਹਿੰਦਾ ਵੀ ਤੁਸੀਂ ਚਲੋ ਨੇੜੇ ਹੀ ਹੋ। ਤੇ ਮਹਾਰਾਜ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਚਲੇ ਗਏ, ਦੂਰ ਇਲਾਕਿਆਂ ਵਿੱਚ ਗਏ, ਮੈਂ ਤਾਂ ਹੌਸਲੇ ਤੋਂ ਰਹਿਤ ਹੋ ਜਾਵਾਂਗੀ, ਕਿਉਂਕਿ ਫਿਰ ਮੈਂ ਸੁਣ ਨਹੀਂ ਸਕਦੀ ਨਾ ਵੀ ਤੁਸੀਂ ਨੇੜੇ ਆ। ਕਿਹਦੇ ਕੋਲੋਂ ਸੁਣਾਂਗੀ ਤੁਸੀਂ ਕਿੱਥੇ ਰਹਿੰਦੇ ਹੋ। ਸਾਡਾ ਮੋਹ ਛੱਡ ਕੇ, ਪ੍ਰੇਮ ਛੱਡ ਕੇ ਤੁਸੀਂ ਜਾਂਦੇ ਹੋ। ਇਹ ਵੀਰਾ ਕਿਉਂ ਤੇਰੇ ਮਨ ਵਿੱਚ ਇਹੋ ਜਿਹੀ ਭਾਵਨਾ ਆਈ ਹੈ, ਕਿਉਂ ਚੰਗਾ ਲੱਗਦਾ ਤੈਨੂੰ। ਮਨ ਦੀਆਂ ਸਾਰੀਆਂ ਗੱਲਾਂ ਨੂੰ ਤੁਸੀਂ ਜਾਣ ਬੁੱਝ ਕੇ ਤੇ ਕਿਉਂ ਨਹੀਂ ਰਹਿੰਦੇ ਮੇਰੇ ਕੋਲ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭੈਣ ਜੀ ਮੋਹ ਛੱਡੋ। ਜਿਹੜੇ ਕਹਿੰਦੇ ਮੋਹ ਦੇ ਰੱਸੇ ਨਾਲ ਬੰਨੇ ਜਾਂਦੇ ਹਨ, ਉਹ ਕਹਿੰਦੇ ਕਦੇ ਘਰੋਂ ਨਹੀਂ ਨਿਕਲ ਸਕਦੇ। ਉਹ ਤਾਂ ਜਿਹੜੇ ਮੋਹ ਰੂਪੀ ਜਾਲ ਦੀਆਂ ਫਾਹੀਆਂ ਦੇ ਵਿੱਚ ਹੀ ਫਸੇ ਰਹਿੰਦੇ ਆ। ਜਿਹੜਾ ਬੰਦਾ ਬਹੁਤਾ ਮੋਹ ਕਰਦਾ ਨਾ ਭਾਈ, ਉਹ ਕਦੇ ਕਿਸੇ ਪ੍ਰਾਪਤੀ ਵਾਸਤੇ ਘਰੋਂ ਨਹੀਂ ਨਿਕਲ ਸਕਦਾ। ਚਾਹੇ ਉਹ ਮਾਇਆ ਦੀ ਕਮਾਈ ਕਰਨੀ ਹੈ ਦੁਨਿਆਵੀ, ਤਾਂ ਵੀ ਨਹੀਂ ਛੇਤੀ ਕੀਤੇ ਜਾਂਦਾ। ਉਹਨੂੰ ਹੁੰਦਾ ਵੀ ਘਰ ਹੀ ਰਹਾਂ, ਵੀ ਚਲੋ ਕੰਮ 'ਤੇ ਨਾ ਕਈ ਵਾਰ ਇਹ ਹੁੰਦਾ ਵੀ ਇੱਥੇ ਸੈਲਰੀ ਘੱਟ ਮਿਲੂ, ਕਹਿੰਦੇ ਚੱਲ ਕੋਈ ਨਹੀਂ ਦੋਵੇਂ ਟਾਈਮ ਘਰੇ ਤਾਂ ਜਾਂਦੇ ਰਹਾਂਗੇ ਨਾ, ਘੱਟ ਤਨਖਾਹ ਨਾਲ ਗੁਜ਼ਾਰਾ ਕਰ ਲਾਂਗੇ। ਕਈ ਲੋਕ ਜਿਹੜੇ ਬਹੁਤੇ ਮੋਹ ਵਿੱਚ ਬੰਨੇ ਹੁੰਦੇ ਆ, ਪਰ ਜਿਹੜੇ ਮੋਹ ਤੋਂ ਉੱਪਰ ਉੱਠ ਜਾਂਦੇ ਆ ਉਹ ਫਿਰ ਦੂਰ ਦੁਰਾਡੇ ਵੀ ਚਲੇ ਜਾਂਦੇ ਆ। ਅਤੇ ਪਰਮ ਪ੍ਰਯੋਜਨ ਵਾਸਤੇ, ਮਨੁੱਖਾ ਜਨਮ ਦੀ ਸਫਲਤਾ ਵਾਸਤੇ ਜਿਹੜਾ ਦੂਰ ਜਾਣਾ, ਉਹ ਤਾਂ ਸਾਰੀਆਂ ਮੋਹ ਦੀਆਂ ਫਾਹੀਆਂ ਨੂੰ ਕੱਟ ਕੇ ਹੀ ਜਾਇਆ ਜਾ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਹਿਰਦੇ ਵਿੱਚ ਧੀਰਜ ਧਾਰੋ, ਹੌਸਲਾ ਰੱਖੋ, ਗਿਆਨ ਦੀ ਵਿਚਾਰ ਕਰੋ। ਜਦੋਂ ਭੈਣੇ ਯਾਦ ਕਰੋਗੇ ਉਦੋਂ ਹੀ ਆਵਾਂਗਾ। ਮੇਰੇ ਮਨ ਦੀ ਇੱਛਾ ਦੇਸ਼ਾਂ ਵਿਦੇਸ਼ਾਂ ਨੂੰ ਜਾ ਕੇ ਦੇਖਾਂ, ਤੇ ਤੁਹਾਡੀ ਆਗਿਆ ਹੋਵੇ ਤਾਂ ਹੁਣ ਮੈਂ ਜਾਵਾਂ। ਇਉਂ ਬਹੁਤ ਵਚਨ ਕਰਕੇ, ਹੌਸਲਾ ਦੇ ਕੇ ਉਹ ਜਿਹੜੇ 20 ਰੁਪਈਏ ਸਨ ਵਾਪਸ ਭੈਣ ਨਾਨਕੀ ਨੂੰ ਦਿੱਤੇ। ਵਿਦਾਇਗੀ ਲੈ ਕੇ ਦੁੱਖ ਕੱਟਣ ਵਾਲੇ ਸਤਿਗੁਰੂ ਜੀ ਚੱਲ ਪਏ। ਭਾਈ ਮਰਦਾਨਾ ਜੀ ਨਾਲ ਦੋਵੇਂ ਜਾ ਰਹੇ ਹਨ। ਇੱਧਰ ਵਿਛੋੜੇ ਦੀ ਪੀੜਾ ਦੇ ਵਿੱਚ ਭੈਣ ਜੀ ਰੋਂਦੇ ਹਨ, ਕਿਉਂਕਿ ਸਤਿਗੁਰੂ ਨੂੰ ਕੋਲੇ ਰੱਖਣ ਦਾ ਵਸ ਨਹੀਂ ਚੱਲਦਾ ਭੈਣ ਦਾ। ਭਾਈ ਸੰਤੋਖ ਸਿੰਘ ਜੀ ਮਹਾਕਵੀ ਕਹਿ ਰਹੇ ਹਨ ਕਿ ਇੱਥੇ ਪੂਰਾ ਹੋਇਆ, ਸੰਪੂਰਨ ਹੋਇਆ। ਕੋਈ ਅਧਿਆਏ ਸਤਿਗੁਰੂ ਨਾਨਕ ਦੇਵ ਜੀ ਦੀ ਕਥਾ ਦਾ, ਜਿਹੜਾ ਦੁੱਖ ਮਲਈ, ਦੁੱਖਾਂ ਨੂੰ ਮਲਣ ਵਾਲਾ, ਨਾਸ਼ ਕਰਨ ਵਾਲਾ ਹੈ। ਸਤਿਗੁਰੂ ਨਾਨਕ ਦੇਵ ਜੀ ਦੀ ਕਥਾ ਦਾ ਇੱਕ ਹੋਰ ਅਧਿਆਏ ਇੱਥੇ ਸੰਪੂਰਨ ਹੋਇਆ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਅਰਦਾਸ ਕਰਨੀ ਸਤਿਗੁਰੂ ਸੇਵਾ ਤੇ ਸਿਮਰਨ ਬਖਸ਼ਣ। ਇੱਥੇ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਹਾਂ। ਰਾਖਨ ਬਸ ਨੈ ਚਲੇ, ਕਹਿਤ ਸੰਤੋਖ ਸਿੰਘ ਭਾ ਪੂਰਨ, ਧਿਆਏ ਦੁਖ ਦਲ ਮਲਈ।